ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਵੋਕੇਸ਼ਨਲ ਟ੍ਰੇਨਰ ਹੈਲਥ ਕੇਅਰ ਦੀ ਸੇਵਾ ਨਿਭਾ ਰਹੀ ਹਾਂ। ਮੈਂ ਅੱਜ ਤੁਹਾਨੂੰ +1 ਦੇ 2 ਈਅਰ ਸਿਲੇਬਸ ਦੇ ਅਨੁਸਾਰ 3rd ਯੂਨਿਟ ਬਾਰੇ ਜਾਣਕਾਰੀ ਦੇਵਾਂਗੀ। ਸੋ ਬੱਚਿਓ, 3rd ਯੂਨਿਟ ਦਾ ਨਾਂ ਹੈਗਾ ਕਸਟਮਰ ਸਰਵਿਸ ਐਂਡ ਪਬਲਿਕ ਰਿਲੇਸ਼ਨ। ਮਤਲਬ ਕਿ ਅਸੀਂ ਕਿਵੇਂ ਕਿਸੇ ਪੇਸ਼ੈਂਟ ਦੇ ਨਾਲ ਡੀਲ ਕਰਨਾ ਵਾ, ਜੋ ਪੇਸ਼ੈਂਟ ਦੇ ਨਾਲ ਰਿਲੇਟਿਵਸ ਨੇ ਉਹਨਾਂ ਦੇ ਨਾਲ ਕਿਵੇਂ GDA ਨੇ ਡੀਲ ਕਰਨਾ ਵਾ, ਜਾਂ ਹੌਸਪੀਟਲ ਸਟਾਫ ਨੇ ਕਿਵੇਂ ਡੀਲ ਕਰਨਾ ਵਾ, ਮੈਂ ਇਸ ਬਾਰੇ ਤੁਹਾਨੂੰ ਦੱਸਾਂਗੀ। ਸੋ ਬੱਚਿਓ, ਤੁਸੀਂ ਇਹ PPT ਇਹ ਪ੍ਰੈਜੈਂਟੇਸ਼ਨ ਪੂਰੇ ਧਿਆਨ ਦੇ ਨਾਲ ਸੁਣਨੀ ਆ ਅਤੇ ਸਮਝਣੀ ਆ, ਕਿਉਂਕਿ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਤੁਹਾਨੂੰ ਕੋਈ ਇੱਕ ਚੈਪਟਰ ਬਾਰੇ ਨਹੀਂ, ਪੂਰੇ ਯੂਨਿਟ ਬਾਰੇ ਹੀ ਤੁਹਾਨੂੰ ਜਾਣਕਾਰੀ ਜਿਹੜੀ ਆ ਦਿੱਤੀ ਜਾਣੀ ਆ। ਸੋ ਬੱਚਿਓ, ਤੁਸੀਂ ਬਿਲਕੁਲ ਇਹਨੂੰ ਧਿਆਨ ਦੇ ਨਾਲ ਸਮਝਣਾ ਅਤੇ ਸੁਣਨਾ ਹੈਗਾ ਵਾ। ਸੋ ਇਹਦੇ ਵਿੱਚ ਸਾਡੇ ਕੋਲ ਫਸਟ ਟੋਪਿਕ ਹੈਗਾ ਹੂ ਇਜ਼ ਮੈਡੀਕਲ ਰਿਸੈਪਸ਼ਨਿਸਟ। ਮੈਡੀਕਲ ਰਿਸੈਪਸ਼ਨਿਸਟ ਕੌਣ ਹੁੰਦਾ ਵਾ? ਜੋ ਸਾਡੀ ਡਾਕਟਰੀ ਸਹਾਇਤਾ ਵਾਸਤੇ ਸਵਾਗਤ ਕਰਤਾ, ਮਤਲਬ ਜੋ ਸਾਡਾ ਵੈਲਕਮ ਕਰਦਾ ਹੈਗਾ ਵਾ, ਠੀਕ ਆ। ਉਹਦੇ ਵਿੱਚ ਬੱਚਿਓ, ਉਹ ਸਾਡੇ ਜਿਹੜੇ ਆ ਸਿਹਤ ਸੁਵਿਧਾਵਾਂ ਹੌਸਪੀਟਲ ਹੁੰਦੇ ਆ, ਮੋਰਲੀ ਕਰਤਾਰ ਦੇ ਅਮਲੇ ਦਾ ਹਿੱਸਾ ਹੁੰਦਾ ਵਾ। ਉਹ ਕੋਈ ਵੀ ਹੋ ਸਕਦਾ ਵਾ, ਲੜਕੀ ਵੀ ਹੋ ਸਕਦੀ ਆ, ਲੜਕਾ ਵੀ ਹੋ ਸਕਦਾ ਵਾ। ਅਤੇ ਉਸ ਨਾਲ ਹਸਪਤਾਲ ਵਿੱਚ ਪਹਿਲੀ ਵਾਰ ਡਾਕਟਰ ਨੂੰ ਮਿਲਣ ਆਉਣ ਵਾਲੇ ਜਿਹੜੇ ਲੋਕ ਨੇ ਜਾਂ ਮਰੀਜ਼ ਨੇ, ਸਭ ਤੋਂ ਪਹਿਲਾਂ ਸੰਪਰਕ ਉਹਨਾਂ ਦੇ ਨਾਲ ਹੀ ਹੁੰਦਾ ਵਾ। ਵੇਖੋ, ਜਦੋਂ ਅਸੀਂ ਵੀ ਕਿਸੇ ਹੌਸਪੀਟਲ ਵਿੱਚ ਜਾਈਏ, ਅਸੀਂ ਕਿਸੇ ਡਾਕਟਰ ਨੂੰ ਮਿਲਣਾ ਹੋਏ ਤਾਂ ਆਪਾਂ ਸਭ ਤੋਂ ਪਹਿਲਾਂ ਰਿਸੈਪਸ਼ਨ 'ਤੇ ਹੀ ਜਾਂਦੇ ਹਾਂ ਅਤੇ ਉੱਥੇ ਪੁੱਛਦੇ ਹਾਂ ਵੀ ਆਹ ਵਾਲੇ ਡਾਕਟਰ ਨੂੰ ਅਸੀਂ ਮਿਲਣਾ ਵਾ ਅਤੇ ਉਹ ਕਿਹੜੀ ਸਾਈਡ 'ਤੇ ਹੋਣਗੇ ਜਾਂ ਉਹ ਸਾਨੂੰ ਕਿੱਥੇ ਮਿਲਣਗੇ। ਅਤੇ ਸੋ ਸਾਡਾ ਸਭ ਤੋਂ ਪਹਿਲਾਂ ਕੰਟੈਕਟ ਜਿਹੜਾ ਹੈਗਾ ਵਾ, ਜਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਸੰਪਰਕ 'ਚ ਆਉਂਦੇ ਹਾਂ, ਅਸੀਂ ਰਿਸੈਪਸ਼ਨ ਦੇ ਜੋ ਵਿਅਕਤੀ ਪ੍ਰੈਜੈਂਟ ਹੈਗਾ ਉਸੇ ਦੇ ਨਾਲ ਹੀ ਆਉਂਦੇ ਹਾਂ, ਠੀਕ ਆ। ਉਹ ਇੱਕ ਆਮ ਸਹਾਇਕ ਵਜੋਂ ਕੰਮ ਕਰਨ ਵਾਲਾ ਵਿਅਕਤੀ ਹੁੰਦਾ ਵਾ ਅਤੇ ਵੈਲਕਮ ਸਵਾਗਤ ਕਰਤਾ ਵਜੋਂ ਸੇਵਾ ਨਿਭਾ ਸਕਦਾ ਵਾ। ਉਸ ਕੋਲ ਕੋਈ ਡਾਕਟਰੀ ਖੇਤਰ ਦੀ ਜਾਣਕਾਰੀ ਹੋਣੀ ਚਾਹੀਦੀ ਆ, ਦਫ਼ਤਰੀ ਕੰਮ ਬਾਰੇ ਪਤਾ ਹੋਣਾ ਚਾਹੀਦਾ, ਉਹਨੂੰ ਕੰਪਿਊਟਰ ਦੀ ਸਿਖਲਾਈ ਹੋਣੀ ਚਾਹੀਦੀ ਆ। ਸੋ ਬੱਚਿਓ, ਵੀ ਦੇਖੋ, ਅੱਜ ਕੱਲ੍ਹ ਹਰ ਇੱਕ, ਇਹ ਨਹੀਂ ਕਿ ਹੌਸਪੀਟਲ, ਹਰ ਪ੍ਰੋਫੈਸ਼ਨ ਦੇ ਵਿੱਚ ਕੰਪਿਊਟਰ ਤਾਂ ਬਹੁਤ ਇੰਪੋਰਟੈਂਟ ਹੋ ਗਿਆ ਵਾ ਨਾ। ਅੱਜ ਕੱਲ੍ਹ ਸਾਰਾ ਰਿਕਾਰਡ ਹੀ ਕੰਪਿਊਟਰ 'ਤੇ ਹੁੰਦਾ ਵਾ। ਸਾਰਾ ਮਤਲਬ ਕਿ ਹਰ ਇੱਕ ਚੀਜ਼, ਪੇਸ਼ੈਂਟ ਕਦੋਂ ਆਇਆ, ਕਿਹੜੀ ਮੈਡੀਸਿਨ ਲਈ, ਕਦੋਂ ਡਿਸਚਾਰਜ ਹੋਇਆ, ਉਹਨੇ ਕਿੰਨਾ ਉਹਦਾ ਬਿੱਲ ਆ, ਸਾਰਾ ਕੁਝ, ਹਰ ਇੱਕ ਤਰੀਕ ਔਨਲਾਈਨ ਹੁੰਦੀ ਆ, ਹਰ ਇੱਕ ਚੀਜ਼ ਔਨਲਾਈਨ ਹੁੰਦੀ ਆ। ਸੋ ਇਸ ਕਰਕੇ ਉਹਨੂੰ ਕੰਪਿਊਟਰ ਦੀ ਸਿਖਲਾਈ ਜਿਹੜੀ ਆ ਹੋਣੀ ਚਾਹੀਦੀ ਆ। ਸੋ ਬੱਚੇ, ਉਸ ਤੋਂ ਅੱਗੇ ਜਿਹੜੀ ਲੋਕੇਸ਼ਨ ਹੈਗੀ ਆ ਅਤੇ ਸਾਈਜ਼ ਹੈਗਾ ਰਿਸੈਪਸ਼ਨ ਦਾ, ਉਹ ਕੀ ਆ? ਜਿਹੜਾ ਸਵਾਗਤੀ ਕਮਰਾ ਹੈਗਾ ਵਾ, ਰਿਸੈਪਸ਼ਨ ਕਮਰਾ ਹੈਗਾ, ਉਹ ਹਸਪਤਾਲ ਦੇ ਦਰਵਾਜ਼ੇ ਦੇ ਨੇੜੇ ਸਥਿਤ ਹੋਣਾ ਚਾਹੀਦਾ ਵਾ। ਇਵੇਂ ਹੀ ਹੁੰਦਾ ਨਾ, ਜੇ ਤੁਸੀਂ ਮਤਲਬ ਹੌਸਪੀਟਲ ਜਾਓ ਅਤੇ ਜਿਹੜੀ ਮੇਨ ਹੌਸਪੀਟਲ ਦਾ ਐਂਟਰੈਂਸ ਦਰਵਾਜ਼ਾ ਹੈਗਾ, ਉੱਥੇ ਰਿਸੈਪਸ਼ਨ ਵਾਲਾ ਕਮਰਾ ਹੋਏਗਾ। ਇਹ ਨਹੀਂ ਹੌਸਪੀਟਲ, ਤੁਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਓ, ਕੋਈ ਆਪਣੇ ਬੈਂਕ ਚਲੇ ਜਾਓ, ਕੋਈ ਗੌਰਮੈਂਟ ਆਫਿਸ ਵਿੱਚ ਚਲੇ ਜਾਓ, ਅਤੇ ਉਹ ਜਿੱਥੇ ਮਤਲਬ ਕਿ ਰਿਸੈਪਸ਼ਨ ਦੇ ਜਿਹੜਾ ਹੋਏਗਾ, ਜਿਹਦੇ ਕੋਲ ਤੁਸੀਂ ਪੁੱਛ-ਗਿੱਛ ਕਰਨੀ ਹੋਏਗੀ, ਉਹਦਾ ਜਿਹੜਾ ਮਤਲਬ ਕਿ ਕਮਰਾ ਹੋਏਗਾ, ਉਹਦਾ ਸਿਟਿੰਗ ਪਲਾਨ ਹੋਏਗਾ ਜਾਂ ਉਹਦੀ ਸਿਟਿੰਗ ਪਲੇਸ ਹੋਏਗੀ, ਉਹ ਬਿਲਕੁਲ ਜਿਹੜੀ ਐਂਟਰਸ ਹੋਏਗਾ, ਦਰਵਾਜ਼ਾ ਜਿੱਥੋਂ ਤੁਸੀਂ ਐਂਟਰ ਕਰਦੇ, ਉਹਦੇ ਨਾਲ ਹੀ ਉਹਦਾ ਮਤਲਬ ਕਿ ਜਗ੍ਹਾ ਹੋਏਗੀ। ਅਤੇ ਉਹਦਾ ਫਾਇਦਾ ਕੀ ਆ? ਮਤਲਬ ਕਿ ਜਦੋਂ ਅਸੀਂ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਰਿਸੈਪਸ਼ਨ 'ਤੇ ਹੀ ਪੁੱਛਣਾ ਹੁੰਦਾ ਸਾਰੀ ਡਿਟੇਲ। ਅਤੇ ਜੇ ਸਾਨੂੰ ਮਿਲੇਗਾ ਨਹੀਂ ਕਮਰਾ, ਮੰਨ ਲਓ ਕਿਸੇ ਵੀ ਬਿਲਡਿੰਗ ਦੇ ਵਿੱਚ, ਕਿਸੇ ਹੌਸਪੀਟਲ ਵਿੱਚ ਰਿਸੈਪਸ਼ਨ ਦਾ ਕਮਰਾ ਜਿਹੜਾ ਵਾ ਐਂਟਰਸ 'ਤੇ ਨਹੀਂ ਹੈਗਾ, ਜਾਂ ਫਸਟ ਫਲੋਰ 'ਤੇ ਆ, ਜਾਂ ਬੈਕ 'ਤੇ ਆ, ਤਾਂ ਉਹ ਪੇਸ਼ੈਂਟ ਦੇ ਵਾਸਤੇ ਕਿੰਨੀ ਖੱਜਲ ਖੁਆਰ ਹੋਏਗੀ। ਮਤਲਬ ਕਿ ਇੱਕ ਤਾਂ ਵੈਸੇ ਹੀ ਉਹਦਾ ਟਾਈਮ ਵੇਸਟਿੰਗ, ਪਹਿਲਾਂ ਰਿਸੈਪਸ਼ਨ ਵਾਲਾ ਕਮਰਾ ਜਿਹੜਾ ਹੈਗਾ ਵਾ ਉਹਨੂੰ ਵਿਅਕਤੀ ਨੂੰ ਲੱਭੇਗਾ, ਫਿਰ ਉੱਥੋਂ ਪੁੱਛ-ਗਿੱਛ ਕਰੇਗਾ। ਇਸ ਕਰਕੇ ਹਮੇਸ਼ਾ ਹੀ ਐਂਟਰਸ 'ਤੇ ਹੁੰਦਾ ਵਾ, ਮਤਲਬ ਕਿ ਜੋ ਹੌਸਪੀਟਲ ਦਾ ਦਰਵਾਜ਼ਾ ਉਹਦੇ ਬਿਲਕੁਲ ਨੇੜੇ ਹੀ ਹੋਏਗਾ। ਅਤੇ ਸਵਾਗਤਕਰਤਾ ਜਿਹੜਾ ਹੈਗਾ, ਉਹਨੂੰ ਸਵਾਗਤੀ ਕੇਂਦਰ ਵਿੱਚ ਜਾਣਕਾਰੀ ਪੁੱਛ ਪੜਤਾਲ, ਉਹਦੇ ਕਮਿਊਨੀਕੇਸ਼ਨ ਅਫਸਰ ਨੂੰ ਜਿਹੜੇ ਮਿਲਣ ਆਉਣ ਵਾਲੇ ਲੋਕ ਸੰਭਾਲਣ, ਹਸਪਤਾਲ ਦੇ ਅਮਲੇ ਨਾਲ ਤਾਲਮੇਲ ਕੰਮ ਕਰਨ ਦਾ ਜਿਹੜਾ ਕੰਮ ਉਹ ਆਉਣਾ ਚਾਹੀਦਾ ਵਾ। ਮਰੀਜ਼ਾਂ ਅਤੇ ਉਹਦੇ ਰਿਸ਼ਤੇਦਾਰਾਂ ਨੂੰ ਕਿਵੇਂ ਉਹਨੇ ਡੀਲ ਕਰਨਾ, ਇਹ ਹੋਣਾ ਚਾਹੀਦਾ ਵਾ। ਅਤੇ ਹਸਪਤਾਲ ਦਾ ਜਿਹੜਾ ਹੈਗੀ ਆ ਸਵਾਗਤੀ ਕੇਂਦਰ ਦਾ ਕੰਮ ਹਰ ਵੇਲੇ ਪਾਵਰ 20x7 24 ਘੰਟੇ 7 ਦਿਨ ਜਿਹੜਾ ਚੱਲਣ ਵਾਲਾ ਹੁੰਦਾ ਵਾ। ਕਿਉਂਕਿ ਵੇਖੋ, ਜਦੋਂ ਹੌਸਪੀਟਲ ਹੀ 24 ਘੰਟੇ 7 ਦਿਨ ਚੱਲਦੇ ਆ, ਅਤੇ ਰਿਸੈਪਸ਼ਨ ਦਾ ਜਿਹੜਾ ਰਿਸੈਪਸ਼ਨਿਸਟ ਹੈਗਾ ਵਾ, ਉਹਦਾ ਕੰਮ ਵੀ ਉਨੇ ਹੀ ਟਾਈਮ ਹੈਗਾ ਵਾ। ਅਤੇ ਜੇਕਰ ਕੋਈ ਰਾਤ ਨੂੰ ਕੰਮ ਨਹੀਂ ਕਰ ਸਕਦਾ, ਤਾਂ ਮਰੀਜ਼ ਜਾਂ ਹੋਰ ਲੋਕਾਂ ਨੂੰ ਸਹੂਲਤ ਦੇ ਲਈ ਇਸ ਦਾ ਬਦਲ ਹੋਣਾ ਜ਼ਰੂਰੀ ਆ, ਮਤਲਬ ਕਿ ਉਹਦੀ ਜਗ੍ਹਾ 'ਤੇ ਕੋਈ ਅਲਟਰਨੇਟਿਵ ਉਹਨਾਂ ਨੇ ਰੱਖਿਆ ਹੋਏਗਾ। ਸੋ ਬੱਚਿਓ, ਲੋਕੇਸ਼ਨ ਤੁਹਾਨੂੰ ਪਤਾ ਲੱਗ ਗਈ ਆ ਕਿੱਥੇ ਹੁੰਦੀ ਆ। ਫਿਜ਼ੀਕਲ ਸੈਟਅਪ, ਰਿਸੈਪਸ਼ਨ ਕਾਊਂਟਰ ਫਿਜ਼ੀਕਲ ਸੈਟਅਪ ਕਿੱਦਾਂ ਦਾ ਹੋਣਾ ਚਾਹੀਦਾ ਵਾ? ਉਹਦੇ ਵਿੱਚ ਕੁਛ ਜਿਹੜੀਆਂ ਉਹਨਾਂ ਨੂੰ ਫੋਲੋਇੰਗ ਸਮਾਨ ਜਾਂ ਮਤਲਬ ਕਿ ਪਾਰਟਸ ਦੀ, ਕਿਸੇ ਚੀਜ਼ਾਂ ਦੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ। ਸਭ ਤੋਂ ਪਹਿਲਾਂ ਤੁਸੀਂ ਵੇਖਿਆ ਹੋਏਗਾ ਵੀ ਸਵਾਗਤੀ ਕਾਊਂਟਰ ਇੱਕ ਉਹਨਾਂ ਦੇ ਟੇਬਲ ਹੁੰਦਾ ਵਾ, ਅਤੇ ਉਹਦੇ ਬਾਹਰ ਲਿਖਿਆ ਹੁੰਦਾ ਰਿਸੈਪਸ਼ਨਿਸਟ, ਠੀਕ ਆ, ਉਹ ਹੋਣਾ ਚਾਹੀਦਾ। ਰਜਿਸਟ੍ਰੇਸ਼ਨ ਕਾਊਂਟਰ ਹੋਣਾ ਚਾਹੀਦਾ ਵਾ।
ਰਿਕਾਰਡ ਦਾ ਕਮਰਾ ਹੋਣਾ ਚਾਹੀਦਾ, ਉਹਦੇ ਕੋਲ ਲਾਈਟਿੰਗ ਰੋਸ਼ਨੀ ਦਾ ਪ੍ਰੋਪਰ ਪ੍ਰਬੰਧ ਹੋਣਾ ਚਾਹੀਦਾ। ਟੈਲੀਫੋਨ ਜਿਹੜਾ ਮੋਸਟ ਇੰਪੋਰਟੈਂਟ ਆ, ਕਿਉਂਕਿ ਉਹਨਾਂ ਟੈਲੀਫੋਨ 'ਤੇ ਹੀ ਅੱਗੇ ਆਪਣੇ ਜਿਹੜਾ ਉਹਨਾਂ ਦਾ ਸਟਾਫ ਹੈਗਾ ਵਾ ਜਾਂ ਜੋ ਡਾਕਟਰਸ ਆ ਉਹਦੇ ਨਾਲ ਡੀਲ ਕਰਨੀ ਹੁੰਦਾ ਵਾ, ਉਹਨਾਂ ਨੇ ਕਮਿਊਨੀਕੇਸ਼ਨ ਕਰਨੀ ਹੁੰਦੀ ਵਾ, ਅਤੇ ਇਸ ਕਰਕੇ ਟੈਲੀਫੋਨ ਉਹਨਾਂ ਕੋਲ ਬਹੁਤ ਜ਼ਰੂਰੀ ਆ। ਵੇਟਿੰਗ ਏਰੀਆ ਨਾਲ ਹੀ ਵੇਖੋ ਉਹਨਾਂ ਦੇ, ਜੇ ਤੁਸੀਂ ਕਿਸੇ ਹੋਸਪਿਟਲ 'ਚ ਜਦੋਂ ਆਪਾਂ ਵਿਜ਼ਿਟ ਕਰਦੇ ਹਾਂ ਤਾਂ ਨਾਲ ਉਹਨਾਂ ਦੇ 5-7 ਜਿਹੜੀਆਂ ਚੇਅਰਸ ਬੈਠੀਆਂ ਹੁੰਦੀਆਂ ਵਾ, ਚੇਅਰਸ ਲੱਗੀਆਂ ਹੁੰਦੀਆਂ ਵਾ, 3 ਸੀਟਰ ਲੱਗੇ ਹੁੰਦੇ ਆ ਕਿ ਜੇ ਪੇਸ਼ੈਂਟ ਨੂੰ ਵੇਟ ਕਰਨਾ ਪਏ ਤਾਂ ਉੱਥੇ ਬੈਠ ਕੇ ਵੇਟ ਕਰ ਲੈਣ। ਠੀਕ ਆ, ਅੱਗੇ ਉਹਨਾਂ ਕੋਲ ਹੁੰਦਾ ਵਾ ਆਪਣਾ ਇਨਫੋਰਮੇਸ਼ਨ ਹੁੰਦੀ ਆ, ਕਲੋਕ ਸਿਸਟਮ ਹੁੰਦਾ ਵਾ। ਠੀਕ ਆ, ਕਿਸੇ ਪਹੁੰਚਣ ਲਈ ਜਿਹੜੇ ਉਹਨਾਂ ਕੋਲ ਸਾਈਨ ਸਿਸਟਮ ਹੁੰਦੇ ਆ, ਫੈਸਿਲਿਟੀਜ਼ ਹੁੰਦੀਆਂ ਫॉर ਡੈਫ ਅਤੇ ਜਿਹੜੇ ਉੱਚਾ ਸੁਣਨ ਵਾਲੇ ਜਾਂ ਬੋਲਣ ਵਾਲੇ ਵਿਅਕਤੀ ਉਹਨਾਂ ਵਾਸਤੇ ਜਿਹੜੀਆਂ ਫੈਸਿਲਿਟੀਜ਼ ਉਹ ਹੁੰਦੀਆਂ ਵਾ। ਸਿਟਿੰਗ ਫੈਸਿਲਿਟੀਜ਼ ਹੁੰਦੀਆਂ ਵਾ, ਬੈਠਣ ਦੀ, ਮਤਲਬ ਕਿ ਕਿਵੇਂ ਉਹਨਾਂ ਨੂੰ ਜੋ ਪੇਸ਼ੈਂਟ ਆਇਆ ਉਹਨਾਂ ਨੂੰ ਬਿਠਾਉਣਾ ਵਾ। ਇਹ ਸਾਰੀਆਂ ਜਿਹੜੀਆਂ ਲਿਸਟ ਕੀਤੀਆਂ ਹੋਈਆਂ ਸਾਰੀਆਂ ਇੱਕ ਰਿਸੈਪਸ਼ਨ 'ਤੇ ਕਾਊਂਟਰ 'ਤੇ ਹੋਣੀਆਂ ਚਾਹੀਦੀਆਂ ਇਹ ਵਾਲੀਆਂ ਚੀਜ਼ਾਂ। ਸੋ ਬੱਚੇ ਨੈਕਸਟ ਹੈਗਾ ਸਾਡੇ ਕੋਲ ਕੁਆਲਿਟੀਜ਼ ਕੀ ਆ ਰਿਸੈਪਸ਼ਨਿਸਟ ਦੀਆਂ। ਉਹਦੇ ਵਿੱਚ ਜਿਵੇਂ GDA 'ਚ ਕੁਆਲਿਟੀਆਂ ਵਾ, ਸੇਮ ਹੀ ਉਹਦੇ ਵਿੱਚ ਵੀ ਸਾਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਕਮਿਊਨੀਕੇਸ਼ਨ ਸਕਿੱਲਸ। ਕਮਿਊਨੀਕੇਸ਼ਨ ਸਕਿੱਲਸ ਬੱਚੇ ਉਹਦੇ ਕੋਲ ਮਤਲਬ ਕਿ ਬੋਲ ਚਾਲ ਦਾ ਵਧੀਆ ਢੰਗ ਹੋਣਾ ਚਾਹੀਦਾ ਵਾ। ਦੇਖੋ ਜੇ ਰਿਸੈਪਸ਼ਨ 'ਤੇ ਜੋ ਵਿਅਕਤੀ ਸਾਨੂੰ ਬੈਠਾ ਵਾ, ਜਦੋਂ ਅਸੀਂ ਉਹਦੇ ਨਾਲ ਸਭ ਤੋਂ ਪਹਿਲਾਂ ਡੀਲ ਕਰਨੀ ਆ, ਸਭ ਤੋਂ ਪਹਿਲਾਂ ਅਸੀਂ ਉਹਦੇ ਕੰਟੈਕਟ 'ਚ ਆਉਣਾ ਵਾ। ਜੇ ਉਹਦੀ ਕਮਿਊਨੀਕੇਸ਼ਨ ਵਧੀਆ ਹੋਏਗੀ ਤਾਂ ਅਸੀਂ ਉੱਥੋਂ ਹੀ 100% ਤਾਂ ਨਹੀਂ 50% ਅਸੀਂ ਉੱਥੋਂ ਹੀ ਇਫੈਕਟਿਵ, ਮਤਲਬ ਕਿ ਸਾਨੂੰ ਵਧੀਆ ਪ੍ਰਭਾਵ ਪਏਗਾ ਵੀ ਹਾਂ ਇਹ ਹੋਸਪਿਟਲ ਵਧੀਆ ਹੈਗਾ ਵਾ, ਇੱਥੇ ਵਧੀਆ ਸਾਨੂੰ ਡੀਲ ਕੀਤਾ ਹੋਇਆ ਵਾ। ਨੌਲੇਜ, ਫਿਰ ਉਹਨੂੰ ਹੋਸਪਿਟਲ ਦੇ ਵੱਖ-ਵੱਖ ਭਾਗਾਂ ਦਾ ਗਿਆਨ ਹੋਣਾ ਚਾਹੀਦਾ ਵੀ ਕਿਹੜੀ ਡਿਪਾਰਟਮੈਂਟ ਕਿੱਥੇ ਆ, ਕਿਹੜਾ ਡਾਕਟਰ ਨੇ ਕਦੋਂ ਮਿਲਣਾ ਵਾ, ਕੀ ਉਹਦੀ ਟਾਈਮਿੰਗ ਆ, ਉਹਨੂੰ ਸਾਰਾ ਪਤਾ ਹੋਣਾ ਚਾਹੀਦਾ ਵਾ। ਗ੍ਰੀਟਿੰਗ ਕਲਾਇੰਟਸ, ਮਤਲਬ ਕਿ ਉਹਨੇ ਖੁਸ਼ੀ ਸਾਰਿਆਂ ਨੂੰ ਆਦਰ ਭਾਵ ਨਾਲ ਮਰੀਜ਼ਾਂ ਨੂੰ ਮਿਲਣਾ ਹੈਗਾ ਵਾ। ਅਰੇਂਜਿੰਗ ਮੀਟਿੰਗਸ, ਜੇ ਉਹਨੂੰ ਮਤਲਬ ਕਿ ਉਹਨੂੰ ਲੱਗਦਾ ਹੈ ਕਿ ਪੇਸ਼ੈਂਟ ਨੂੰ ਟਾਈਮ ਲੱਗਣਾ ਵਾ ਜਾਂ ਇਹਨੇ ਮਤਲਬ ਡਾਕਟਰ ਦੇ ਨਾਲ ਮੀਟਿੰਗ ਅਰੇਂਜ ਕਰਨੀ ਆ, ਇਹਨੂੰ ਡਾਕਟਰ ਦੇ ਨਾਲ ਮਿਲ ਕੇ ਗੱਲਬਾਤ ਕਰਨੀ ਹੈ, ਤਾਂ ਉਹਨੇ ਉਹ ਮੀਟਿੰਗ ਦਾ ਸਮਾਂ ਤੈਅ ਕਰਨਾ ਹੈਗਾ ਵਾ। ਵੈਲ ਔਰਗਨਾਈਜ਼ਡ, ਫੋਨ ਕਰਨ ਵਾਲਿਆਂ ਨੂੰ ਜਵਾਬ ਦੇਣਾ, ਉਹਨੂੰ ਅੱਗੇ ਪਹੁੰਚਾਉਣਾ, ਮਤਲਬ ਕਿ ਉਹਦੇ 'ਚ ਉਹ ਇੱਦਾਂ ਦਾ ਉਹਦੇ 'ਚ ਮੇਨਟੇਨੈਂਸ ਹੋਣੀ ਚਾਹੀਦੀ ਕਿ ਉਹਨਾਂ ਨੂੰ ਪ੍ਰੋਪਰ ਢੰਗ ਨਾਲ ਉਹ ਔਰਗਨਾਈਜ਼ ਕਰੇ। ਅੱਗੇ ਬੱਚੇ ਹੈਗਾ ਵਾ ਰਿਕਾਰਡਿੰਗ ਇਨਫੋਰਮੇਸ਼ਨ, ਜੋ ਵੀ ਉਹਦੇ ਕੋਲ ਜਾਣਕਾਰੀ ਆਉਂਦੀ ਆ ਉਹਨੇ ਸਾਰਾ ਪ੍ਰੋਪਰ ਅਤੇ ਸੋਹਣੇ ਵਧੀਆ ਢੰਗ ਦੇ ਨਾਲ ਰਿਕਾਰਡਿੰਗ ਕਰਕੇ ਰੱਖਣੀ ਹੈਗੀ ਆ। ਕੰਪਿਊਟਰ ਸਕਿੱਲਸ, ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਕੰਪਿਊਟਰ ਅੱਜ ਕੱਲ੍ਹ ਬਹੁਤ ਜ਼ਰੂਰੀ ਹੈਗਾ ਵਾ ਹਰ ਇੱਕ ਵਿਅਕਤੀ ਨੂੰ ਸਿੱਖਣ ਲਈ, ਇਸ ਕਰਕੇ ਉਹਨੂੰ ਕੰਪਿਊਟਰ ਸਕਿੱਲਸ ਜਿਹੜੇ ਆਉਣੇ ਚਾਹੀਦੇ ਹੈਗੇ ਆ। ਕਮਿਊਨੀਕੇਸ਼ਨ, ਬੱਚੇ ਉਹਦੇ ਵਿੱਚ ਜਿਹੜੀ ਨਿਮਰਤਾ ਹੋਣੀ ਚਾਹੀਦੀ ਹੈ, ਸਿਆਣਪ ਹੋਣੀ ਚਾਹੀਦੀ ਆ, ਐਫੀਸ਼ੀਐਂਟ ਹੋ ਜਾਣਾ ਚਾਹੀਦਾ ਵਾ ਕਿ ਕੋਈ ਵੀ ਉਹਨੂੰ ਮਤਲਬ ਕਿ ਔਨ ਦੀ ਸਪੋਟ ਜੇ ਉਹਦੇ 'ਚ ਡਿਸੀਜ਼ਨ ਲੈ ਸਕਦਾ ਵਾ ਅਤੇ ਉਹਦੇ ਕੋਲ ਫੈਸਲਾ ਲੈਣ ਦੀ ਸ਼ਕਤੀ ਹੋਣੀ ਚਾਹੀਦੀ ਆ। ਸਿੰਪੈਥੈਟਿਕ, ਮਤਲਬ ਕਿ ਹਮਦਰਦੀ ਹੋਣੀ ਚਾਹੀਦੀ ਹੈ, ਸਿੰਪੈਥੀ ਹੋਣੀ ਚਾਹੀਦੀ ਹੈ, ਜੋ ਪੇਸ਼ੈਂਟ ਆਏ ਆ ਉਹਨਾਂ ਦੇ ਨਾਲ ਉਹਨੇ ਕਿਵੇਂ ਡੀਲ ਕਰਨਾ ਵਾ। ਭਰੋਸਾ ਦੇਣ ਵਾਲਾ ਵਿਵਹਾਰ ਹੋਣਾ ਚਾਹੀਦਾ। ਇਹ ਨਹੀਂ ਵੀ ਪੇਸ਼ੈਂਟ ਆਇਆ ਵਾ ਅਤੇ ਉਹਨੂੰ ਬਸ ਕਹਿਤਾ ਨਹੀਂ ਤੈਨੂੰ ਡਾਕਟਰ ਨੇ ਨਹੀਂ ਮਿਲਣਾ ਹੈਗਾ, ਤੂੰ ਬਾਅਦ 'ਚ ਆਈ, ਇੰਨੇ ਟਾਈਮ ਤਾਈਂ ਉਹ ਵਧੀਆ ਢੰਗ ਨਾਲ ਡੀਲ ਕਰੇ ਵੀ ਹਾਂ ਤੁਹਾਨੂੰ ਇਹ ਵਾਲੇ ਡਾਕਟਰ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਆ, ਇਹ ਵਾਲੇ ਡਾਕਟਰ ਇੱਥੇ ਪ੍ਰੈਜੈਂਟ ਨੇ, ਤੁਹਾਨੂੰ ਮਿਲਣਗੇ। ਮਤਲਬ ਕਿ ਉਹਨੇ ਪੇਸ਼ੈਂਟ ਨੂੰ ਭਰੋਸੇ ਦੇ ਵਿੱਚ ਲੈਣਾ, ਵਿਸ਼ਵਾਸ ਬਣਾਉਣਾ ਉਹਨਾਂ ਦੇ ਨਾਲ। ਪੋਲਾਈਟ, ਦਇਆ ਭਰਪੂਰ ਹੋਣਾ ਚਾਹੀਦਾ ਵਾ। ਇਹ ਸਾਰੀਆਂ ਬੱਚੀਆਂ ਹੈਗੀਆਂ ਸੀ ਕੁਆਲਿਟੀਜ਼ ਉਹਦੀਆਂ ਰਿਸੈਪਸ਼ਨਿਸਟ ਦੀਆਂ, ਉਹਨਾਂ ਕੋਲ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ। ਸੋ ਬੱਚੇ ਅੱਗੇ ਹੈਗਾ ਸਾਡੇ ਕੋਲ ਰੋਲ ਅਤੇ ਫੰਕਸ਼ਨ ਕੀ ਹੋਣੇ ਚਾਹੀਦੇ ਰਿਸੈਪਸ਼ਨਿਸਟ ਦੇ। ਮੈਡੀਕਲ ਰਿਸੈਪਸ਼ਨਿਸਟ ਜਿਹੜਾ ਹੈਗਾ ਵਾ ਉਹਨੇ ਆਪਣੇ ਅਤੇ ਜਿਹੜਾ ਉਹਦਾ ਪਹਿਲਾ ਪੜਾਅ ਹੈਗਾ ਵੀ ਉਹਨੇ ਮਰੀਜ਼ ਦੇ ਨਾਲ ਮਿਲਣ ਵਾਲੇ ਆਉਣ ਵਾਲੇ ਜਿਹੜੇ ਹੈਗੇ ਆ ਡਾਕਟਰ ਆ, ਉਹਨਾਂ ਸਾਰਿਆਂ ਨਾਲ ਉਹਨੇ ਜਿਹੜਾ ਵਾ ਕੰਮ ਕਰਨਾ ਹੈਗਾ ਵਾ। ਦੇ ਹੈਵ ਟੂ ਮੈਨੇਜ ਦਾ ਕਰਾਊਡ, ਜੇ ਮਤਲਬ ਕਿ ਹੋਸਪਿਟਲ ਦੇ ਵਿੱਚ ਕੋਈ ਭੀੜ ਹੋ ਗਈ ਆ, ਇਕੱਠੀ ਜਮ੍ਹਾਂ ਹੋ ਗਈ ਆ, ਅਤੇ ਉਹਨੇ ਉਹਨਾਂ ਨੂੰ ਵੀ ਮੈਨੇਜ ਕਰਨਾ ਹੈਗਾ ਵਾ। ਦੇ ਹੈਵ ਟੂ ਅਰੇਂਜ ਦਾ ਅਪੋਇੰਟਮੈਂਟਸ, ਜਿਹੜੀਆਂ ਡਾਕਟਰਸ ਦੇ ਨਾਲ ਅਪੋਇੰਟਮੈਂਟਸ ਹੋਈਆਂ ਵਾ ਮਰੀਜ਼ ਦੀਆਂ, ਉਹਨਾਂ ਨੂੰ ਵੀ ਉਹਨੇ ਅਰੇਂਜ ਕਰਨਾ ਹੈਗਾ ਵਾ। ਕਿਵੇਂ ਡੀਲ ਕਰਨਾ ਵਾ, ਕਿਵੇਂ ਕਿਹੜੇ ਪੇਸ਼ੈਂਟ ਨੂੰ ਪਹਿਲਾਂ ਦਿਖਾਉਣਾ ਵਾ, ਦੂਸਰੇ ਨੂੰ ਬਾਅਦ 'ਚ ਦਿਖਾਉਣਾ ਵਾ, ਜੋ ਸਾਰਾ ਉਹਨੇ ਸਿਸਟਮ ਨਾਲ ਸਿਸਟਮੈਟਿਕ ਅਰੇਂਜ ਕਰਨਾ ਹੈਗਾ। ਦੇ ਹੈਵ ਟੂ ਹੈਲਪ ਦਾ ਪੇਸ਼ੈਂਟ ਰਿਗਾਰਡਿੰਗ OPD ਟਾਈਮ ਐਂਡ ਲੋਕੇਸ਼ਨ ਐਕਸੈਟਰਾ, ਉਹਦੇ ਵਿੱਚ ਨੇ ਜਿਹੜੇ ਮਰੀਜ਼ ਜਿਹੜੇ ਆਉਂਦੇ ਆ OPD ਦੇ ਵਿੱਚ, ਜਿਹੜੇ ਆਉਂਦੇ ਆ ਡਾਕਟਰ ਨੂੰ ਮਿਲਣ, ਉਹਨਾਂ ਦੀ ਟਾਈਮਿੰਗ ਜਿਹੜੀ ਉਹਨੇ ਸੈੱਟ ਕਰਨੀ ਹੈਗੀ ਆ। ਲੋਕੇਸ਼ਨਸ ਉਹਨੇ ਜੋ ਵੀ ਹੋਸਪਿਟਲ ਦੀਆਂ ਹੈਗੀਆਂ ਵਾ, ਮਤਲਬ ਕਿ ਕਿਹੜਾ ਡਾਕਟਰ ਕਿੱਥੇ ਬੈਠਾ ਵਾ, ਉਹ ਸਾਰੀਆਂ ਉਹਨੇ ਦੱਸਣੀਆਂ ਹੈਗੀਆਂ। ਦੇ ਮਾਈਟ ਆਲਸੋ ਕਲੈਕਟ ਪੇਸ਼ੈਂਟ ਨੋਟਸ ਐਂਡ ਇੰਸ਼ੋਰ ਦੈਟ ਪੇਸ਼ੈਂਟ ਨੋਟਸ ਗੋ ਟੂ ਦਾ ਕੰਸਰਨ ਹੈਲਥ ਕੇਅਰ ਪ੍ਰੋਫੈਸ਼ਨ, ਜੋ ਵੀ ਉਹਦੇ ਕੋਲ ਪੇਸ਼ੈਂਟ ਦੇ ਨੋਟਸ ਆਉਂਦੇ ਆ, ਜੋ ਵੀ ਜਾਣਕਾਰੀ ਆਉਂਦੀ ਆ, ਉਹਨੇ ਉਹ ਸਾਰੀ ਜਾਣਕਾਰੀ ਇਕੱਠੀ ਕਰਨੀ ਆ, ਅਤੇ ਜੋ ਮਤਲਬ ਕਿ ਮੰਨ ਲਓ
ਉਹਦੇ ਕੋਲ ਕੋਈ ਪੇਸ਼ੈਂਟ ਆਇਆ, ਉਹਨੂੰ ਹਾਰਟ ਨਾਲ ਰਿਲੇਟਡ ਪ੍ਰੋਬਲਮ ਆ, ਅਤੇ ਉਹ ਸਾਰੀ ਉਹਨੇ ਉਹ ਜਿਹੜਾ ਉਹਦਾ ਰਿਕਾਰਡ ਇਕੱਠਾ ਕੀਤਾ, ਕਲੈਕਟ ਕੀਤਾ, ਅਤੇ ਜੋ ਹਾਰਟ ਸਪੈਸ਼ਲਿਸਟ ਡਾਕਟਰ ਹੈਗਾ ਵਾ ਉਹਨੇ ਉਹ ਜਾਣਕਾਰੀ ਉਹਨੂੰ ਡਾਕਟਰ ਨੂੰ ਪਹੁੰਚਾਉਣੀ ਹੈਗੀ ਆ। ਇਹ ਸੀ ਬੱਚੇ ਉਹਦੇ ਰੋਲ ਅਤੇ ਫੰਕਸ਼ਨ ਰਿਸੈਪਸ਼ਨਿਸਟ ਦੇ। ਹੁਣ ਸਾਡੇ ਕੋਲ ਅੱਗੇ ਇਹਦੇ ਵਿੱਚ ਆ ਜਾਂਦਾ ਹੈਗਾ ਰਿਸਪੋਂਡਿੰਗ ਟੂ ਐਮਰਜੈਂਸੀ ਕਾਲਸ, ਅਤੇ ਮਤਲਬ ਕਿ ਜਿਹੜੀਆਂ ਐਮਰਜੈਂਸੀ ਕਾਲਸ ਆਉਂਦੀਆਂ ਹੈਗੀਆਂ ਵਾ ਹੋਸਪਿਟਲ ਦੇ ਵਿੱਚ, ਮੰਨ ਲਓ ਕੋਈ ਹੈਪਨਿੰਗ ਹੋ ਜਾਂਦੀ ਆ, ਕੋਈ ਐਕਸੀਡੈਂਟ ਹੋ ਜਾਂਦਾ ਹੈਗਾ ਵਾ, ਅਤੇ ਉਹ ਜਿਹੜੀਆਂ ਕਾਲਸ ਆਉਂਦੀਆਂ ਉਹਨਾਂ ਨੂੰ ਕਿਵੇਂ ਹੈਂਡਲ ਕਰਨਾ ਹੈਗਾ, ਕਿਵੇਂ ਰਿਸਪੋਂਡ ਕਰਨਾ ਹੈਗਾ ਵਾ। ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਵਾਟ ਇਜ਼ ਐਮਰਜੈਂਸੀ। ਐਮਰਜੈਂਸੀ ਹੁੰਦੀ ਕੀ ਆ? ਕਹਿੰਦੇ ਮਰੀਜ਼ਾਂ ਅਤੇ ਡਾਕਟਰਾਂ ਲਈ ਹੰਗਾਮੀ ਹਾਲਤ ਦਾ ਮਤਲਬ ਵੱਖ-ਵੱਖ ਹੋ ਸਕਦਾ ਵਾ। ਜਿਹੜਾ ਸੰਕਟਕਾਲੀ ਜਾਂ ਹੰਗਾਮੀ ਸੂਰਤ ਨੂੰ ਸਹੀ ਤਰ੍ਹਾਂ ਸਪਸ਼ਟ ਨਹੀਂ ਕੀਤਾ ਜਾ ਸਕਦਾ। ਐਮਰਜੈਂਸੀ ਸ਼ਬਦ ਜਿਹੜਾ ਹੈਗਾ ਵਾ ਉਹ ਲਾਤੀਨੀ ਭਾਸ਼ਾ ਦੇ ਸ਼ਬਦ ਅਰਜਨ ਤੋਂ ਲਿਆ ਗਿਆ, ਜਿਸ ਦਾ ਮਤਲਬ ਹੈ ਦਬਾਉਣਾ। ਜੋ ਵੀ ਜ਼ਰੂਰੀ ਆ ਉਹ ਬਿਨਾਂ ਕਿਸੇ ਦੇਰੀ ਦੇ ਤੁਰੰਤ ਹੋਣਾ ਚਾਹੀਦਾ ਵਾ। ਇਹ ਐਮਰਜੈਂਸੀ ਦਾ ਮੀਨਿੰਗ ਹੈਗਾ ਵਾ। ਕਹਿੰਦੇ ਜੋ ਬਿਨਾਂ ਕਿਸੇ ਅਗਾਊ ਸੂਚਨਾ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ। ਹੁਣ ਦੇਖੋ ਕੋਈ ਔਨ ਰੋਡ ਗੱਡੀ ਜਾਂਦੀ ਪਈ ਆ, ਉਹਨੂੰ ਇਹ ਥੋੜ੍ਹਾ ਪਤਾ ਕਿ ਮੇਰਾ ਅੱਗੇ ਜਾ ਕੇ ਐਕਸੀਡੈਂਟ ਹੋ ਜਾਣਾ ਵਾ। ਮੰਨ ਲਓ ਉਹਦਾ ਕੋਈ ਐਕਸੀਡੈਂਟ ਹੋ ਗਿਆ, ਕੋਈ ਮਿਸ ਹੈਪਨਿੰਗ ਹੋ ਗਈ ਆ, ਅਤੇ ਉਹ ਕੀ ਹੋ ਗਈ? ਉਹ ਐਮਰਜੈਂਸੀ ਹੋ ਗਈ। ਮਤਲਬ ਕਿ ਜਿਹੜੀ ਬਿਨਾਂ ਕਿਸੇ ਪਲੈਨਿੰਗ ਤੋਂ ਬਿਨਾਂ ਕੁਛ ਵੀ ਹੋ ਸਕਦਾ ਵਾ, ਉਹ ਐਮਰਜੈਂਸੀ ਹੋ ਜਾਂਦੀ ਆ। ਅਤੇ ਉਹਨੂੰ ਉਸੇ ਵੇਲੇ ਵੇਖਿਆ ਜਾਵੇ, ਅਤੇ ਉਸਦਾ ਬਿਨਾਂ ਉਹਨੂੰ ਡਿਲੇ ਕੀਤਿਆਂ ਉਹਦਾ ਉਸੇ ਵੇਲੇ ਇਲਾਜ ਕੀਤਾ ਜਾਵੇ। ਕਹਿੰਦੇ ਹਰ ਇੱਕ ਹਸਪਤਾਲ ਭਾਵੇਂ ਵੱਡਾ ਹੋਵੇ ਜਾਂ ਛੋਟਾ ਹੋਏ, ਉਹਦੀ ਐਮਰਜੈਂਸੀ ਮਤਲਬ ਕਿ ਵਾਰਡ ਦੀ ਲੋੜ ਹੁੰਦੀ ਆ। ਤੁਸੀਂ ਇਹ ਵੀ ਬੱਚਿਓ ਦੇਖਿਆ ਹੋਏਗਾ ਵੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀ ਰਿਸੈਪਸ਼ਨ ਵਾਲੀ ਪਲੇਸ ਹੈਗੀ ਆ ਉਹ ਵੀ ਹੋਸਪਿਟਲ ਦੀ ਐਂਟਰਸ 'ਤੇ ਹੁੰਦੀ ਆ, ਅਤੇ ਹਰ ਹੋਸਪਿਟਲ ਵਿੱਚ ਐਮਰਜੈਂਸੀ ਵਾਰਡ ਵੀ ਐਂਟਰਸ 'ਤੇ ਹੀ ਹੁੰਦੀ ਆ, ਕਿਉਂਕਿ ਐਮਰਜੈਂਸੀ ਕੰਡੀਸ਼ਨ ਜਿਹੜੀ ਹੈਗੀ ਆ ਉਹ ਫਟਾਫਟ ਮਤਲਬ ਕਿ ਫਟਾਫਟ ਜਿਹੜਾ ਅਸੀਂ ਕੰਮ ਆ ਬਿਨਾਂ ਡਿਲੇ ਕੀਤਿਆਂ ਪੇਸ਼ੈਂਟ ਨੂੰ ਦੇਖਣਾ ਵਾ। ਅਤੇ ਜੇ ਉਹ ਬਿਲਕੁਲ ਜਿਹੜਾ ਐਂਟਰਸ 'ਤੇ ਹੁੰਦਾ ਵਾ ਐਮਰਜੈਂਸੀ ਵਾਰਡ, ਮਤਲਬ ਕਿ ਪੇਸ਼ੈਂਟ ਨੂੰ ਬਿਨਾਂ ਕਿਸੇ ਦੇਰੀ ਕੀਤਿਆਂ ਸਿੱਧਾ ਐਮਰਜੈਂਸੀ ਵਾਰਡ 'ਚ ਹੀ ਜਿਹੜਾ ਐਮਰਜੈਂਸੀ ਵਿੱਚ ਪੇਸ਼ੈਂਟ ਆਇਆ ਵਾ, ਐਮਰਜੈਂਸੀ ਹਾਲਤ ਵਿੱਚ ਆਇਆ, ਉਹਨੂੰ ਫਟਾਫਟ ਐਮਰਜੈਂਸੀ ਵਿੱਚ ਜਿਹੜਾ ਹੈਗਾ ਐਡਮਿਟ ਕੀਤਾ ਜਾਵੇ। ਅਤੇ ਇਹ ਵਾਰਡ ਕਹਿੰਦੇ ਕਿਸੇ ਵੀ ਹਸਪਤਾਲ 'ਚ ਕਿਸੇ ਵੀ ਐਮਰਜੈਂਸੀ ਬਿਮਾਰੀ ਦਾ ਇਲਾਜ ਵਿਸ਼ੇਸ਼ ਤੌਰ 'ਤੇ ਬਣਿਆ ਹੁੰਦਾ ਵਾ, 24 ਘੰਟੇ ਕੰਮ ਕਰਦੀ ਆ। ਅਤੇ ਕੋਈ ਵੀ ਐਮਰਜੈਂਸੀ ਇਲਾਜ ਦੀ ਲੋੜ ਹੁੰਦੀ ਆ, ਉੱਥੇ ਡਾਕਟਰ ਜਿਹੜੇ ਹੈਗੇ ਆ ਪੇਸ਼ੈਂਟ ਦੇ ਰਿਲੇਟਿਵਸ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਦੱਸੀ ਜਾਂਦੀ ਆ। ਉਹਨਾਂ ਦੀ ਜੋ ਵੀ ਮਤਲਬ ਕਿ ਪੇਸ਼ੈਂਟ ਦੀ ਕੰਡੀਸ਼ਨ ਹੈਗੀ ਆ, ਸਾਰਾ ਉਹਨਾਂ ਦੇ ਜੋ ਪੇਸ਼ੈਂਟ ਦੇ ਨਾਲ ਰਿਲੇਟਿਵਸ ਹੁੰਦੇ ਆ ਉਹਨਾਂ ਨੂੰ ਸਾਰਾ ਐਕਸਪਲੇਨ ਕੀਤਾ ਜਾਂਦਾ ਵਾ। ਸੋ ਬੱਚੇ ਇਹ ਹੈਗਾ ਵਾ ਐਮਰਜੈਂਸੀ। ਆਈ ਹੋਪ ਸੋ ਕਿ ਤੁਹਾਨੂੰ ਸਮਝ ਲੱਗ ਗਿਆ ਹੋਏ ਕਿ ਐਮਰਜੈਂਸੀ ਆਪਾਂ ਕਿਹਨੂੰ ਬੋਲਦੇ ਹਾਂ, ਕਿ ਜਿਹੜਾ ਬਿਨਾਂ ਕਿਸੇ ਪਲਾਨ ਤੋਂ ਕੋਈ ਵੀ ਦੁਰਘਟਨਾ ਦਾ ਸ਼ਿਕਾਰ ਹੋ ਜਾਣਾ ਕਿਸੇ ਵਿਅਕਤੀ ਦਾ। ਨੈਕਸਟ ਬੱਚੇ ਹੈਗਾ ਐਮਰਜੈਂਸੀ ਸਿਚੁਏਸ਼ਨ ਮੇ ਬੀ ਡੀਲ ਇਨ ਦਾ ਫੋਲੋਇੰਗ ਮੈਨਰ। ਆਪਾਂ ਕਿੱਦਾਂ ਉਹਨਾਂ ਨਾਲ ਡੀਲ ਕਰਨਾ ਵਾ, ਦੋ ਵੇਸ ਵਿੱਚ ਆਪਾਂ ਡੀਲ ਕਰਨਾ ਹੈਗਾ ਐਮਰਜੈਂਸੀ ਨੂੰ। ਇੱਕ ਹੈਗਾ ਫਿਜ਼ੀਕਲ, ਦੂਜਾ ਹੈਗਾ ਟੈਲੀਫੋਨਕਲੀ। ਸਰੀਰਕ ਫਿਜ਼ੀਕਲੀ ਵਿੱਚ ਆਪਾਂ ਬੱਚੇ ਕਿਵੇਂ ਕਰਨਾ ਵਾ, ਹੈਂਡਲ ਬਾਈ ਐਕਸਪਰਟ ਅਵੇਲੇਬਲ ਇਨ ਦਾ ਹੌਸਪੀਟਲ ਲਾਈਕ ਡਾਕਟਰ, ਨਰਸਿਸ ਐਸੈਟਰਾ। ਜੋ ਵੀ ਹਸਪਤਾਲ ਵਿੱਚ ਮੌਜੂਦ ਹੈਗੇ ਡਾਕਟਰ, ਨਰਸ, ਉਹਨਾਂ ਵੱਲੋਂ ਜਿਹੜਾ ਇਲਾਜ ਕੀਤਾ ਜਾਂਦਾ ਉਹ ਹੋ ਜਾਂਦੀ ਆ, ਅਸੀਂ ਉਹਨੂੰ ਫਿਜ਼ੀਕਲੀ ਵਿੱਚ ਐਂਟਰ ਕਰ ਲੈਂਦੇ ਹਾਂ। ਅਤੇ ਟੈਲੀਫੋਨ ਕਰੇ ਜਿਹੜੇ ਕਿਸੇ ਮਾਹਿਰ ਜਾਂ ਸਲਾਹਕਾਰ ਵੱਲੋਂ ਆਪਾਂ ਟੈਲੀਫੋਨ 'ਤੇ ਹੱਲ ਕਰ ਲੈਂਦੇ ਹੈਗੇ ਆ। ਹੈਂਡਲ ਟੈਲੀਫੋਨਕਲੀ ਬਾਏ ਐਨ ਐਕਸਪਰਟ ਔਰ ਜਨਰਲ ਕੰਸਲਟ। ਜਦੋਂ ਅਸੀਂ ਟੈਲੀਫੋਨ 'ਤੇ ਕੋਈ ਐਮਰਜੈਂਸੀ ਸਾਨੂੰ ਆਉਂਦੀ ਤਾਂ ਅਸੀਂ ਮੰਨ ਲਓ ਕਿਸੇ ਸਪੈਸ਼ਲ ਡਾਕਟਰ ਨੂੰ ਜਿਹੜਾ ਫੋਨ 'ਤੇ ਕਰਕੇ ਆਪਣੀ ਪ੍ਰੋਬਲਮ ਸੋਲਵ ਕਰ ਲਈ। ਇਹ ਹੈਗੇ ਹੀ ਦੋ ਵੇ ਜਿਨ੍ਹਾਂ ਦੇ ਨਾਲ ਆਪਾਂ ਐਮਰਜੈਂਸੀ ਨੂੰ ਨਜਿੱਠਦੇ ਹਾਂ ਜਾਂ ਸੋਲਵ ਕਰਦੇ ਹਾਂ। ਨੈਕਸਟ ਬੱਚੇ ਹੈਗਾ ਰਿਸਪੋਂਡਿੰਗ ਟੂ ਐਮਰਜੈਂਸੀ ਕਾਲਸ। ਆਪਾਂ ਜਿਹੜੇ ਸਾਨੂੰ ਐਮਰਜੈਂਸੀ ਫੋਨ ਆਉਂਦੇ ਹੈਗੇ ਆਪਾਂ ਕਿੱਦਾਂ ਉਹਨਾਂ ਦੇ ਨਾਲ ਕਾਲ ਨੂੰ ਸੁਣਨਾ ਵਾ ਅਤੇ ਕਿਵੇਂ ਉਹਨਾਂ ਦਾ ਆਨਸਰ ਕਰਨਾ ਹੈਗਾ ਵਾ। ਕਹਿੰਦੇ ਜਦੋਂ ਇੱਕ ਪੇਸ਼ੇਵਰ ਟੈਲੀਫੋਨ ਸੰਚਾਰ ਕਰਨ ਵਾਲਾ ਵਿਅਕਤੀ ਆ ਜਿਹੜਾ ਮੈਡੀਕਲ ਐਮਰਜੈਂਸੀ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਦਾ ਵਾ, ਉਹਨੂੰ ਉਹ ਆਵਾਜ਼ ਰਾਹੀਂ ਜਦੋਂ ਉਹਨੂੰ ਕੋਈ ਜਿਹੜੀ EMS ਜਿਹੜੀ ਹੈਗੀ ਆ ਐਮਰਜੈਂਸੀ ਮੈਡੀਕਲ ਹੈਗੀ ਆ ਕੰਡੀਸ਼ਨ, ਉਹਦਾ ਉਹਨੇ ਮਰੀਜ਼ ਦੇ ਪਹੁੰਚਣ ਤੋਂ ਪਹਿਲਾਂ ਹੀ ਪ੍ਰਬੰਧ ਕਰ ਲੈਣਾ ਹੈਗਾ ਵਾ। ਠੀਕ ਆ, ਉਹ ਫੋਨ ਆਉਣ ਤੋਂ ਤੁਰੰਤ ਬਾਅਦ ਉਸ ਜਗ੍ਹਾ 'ਤੇ ਮੈਡੀਕਲ ਸੁਵਿਧਾ ਭੇਜ ਦੇਗਾ। ਜਿੱਦਾਂ ਆਪਾਂ ਹੁਣ ਤੁਹਾਨੂੰ ਪਤਾ ਹੀ ਹੋਏ ਤਾਂ ਆਪਣੇ ਗੌਰਮੈਂਟ ਜਿਹੜੀ ਹੈਗੀ ਆ ਸਰਕਾਰ, ਉਹਨਾਂ ਨੇ ਜਿਹੜੇ ਇੱਕ ਮਤਲਬ ਕਿ ਟੈਲੀਫੋਨ ਨੰਬਰ ਲਾਂਚ ਕੀਤੇ ਹੋਏ ਆ ਕਿ ਜਦੋਂ ਤੁਹਾਨੂੰ ਕੋਈ ਕੰਡੀਸ਼ਨ ਆਉਂਦੀ ਹੈਗੀ ਆ ਤਾਂ ਤੁਸੀਂ ਉਹ ਨੰਬਰ 'ਤੇ ਕਾਲ ਕਰੋ ਅਤੇ ਤੁਹਾਨੂੰ ਉਸੇ ਵੇਲੇ ਜਿਹੜੀਆਂ ਵਾ ਫੈਸਿਲਿਟੀਜ਼ ਜਿਹੜੀਆਂ ਵਾ ਮਿਲਣਗੀਆਂ। ਅਤੇ ਆਈ ਹੋਪ ਸੋ ਕਿ ਤੁਹਾਨੂੰ ਉਹ ਨੰਬਰ ਪਤਾ ਹੋਣ। ਫਿਰ ਵੀ ਮੈਂ ਦੱਸਦੀ ਹਾਂ, ਜਿਵੇਂ ਪੁਲਿਸ ਨੂੰ ਕਾਲ ਕਰਨੀ ਹੋਏ ਕੋਈ ਮਤਲਬ ਕਿ ਹੈਪਨਿੰਗ ਹੋਈ ਹੋਏ ਕ੍ਰਾਈਮ ਵਗੈਰਾ ਦੀ, ਤਾਂ ਆਪਾਂ 100 ਨੰਬਰ ਡਾਇਲ ਕਰਦੇ ਹਾਂ। ਅਤੇ ਜੇ ਆਪਾਂ ਹੋਸਪਿਟਲ 'ਚ ਕਾਲ ਕਰਨੀ ਆ, ਐਮਰਜੈਂਸੀ ਗੱਡੀ ਮੰਗਵਾਉਣੀ ਹੈ, ਅਤੇ ਆਪਾਂ 108 ਨੰਬਰ 'ਤੇ ਕਾਲ ਕਰਦੇ ਹਾਂ। ਸੋ ਇਹ ਜਿਹੜੇ ਮਤਲਬ ਕਿ ਕਾਮਨ ਟੈਲੀਫੋਨ ਨੰਬਰਸ ਨੇ, ਜਿਹੜੇ ਕੋਡ ਨੇ ਇੱਕ ਹਿਸਾਬ ਦੇ ਜਿਹੜੇ ਗੌਰਮੈਂਟ ਨੇ ਲਾਂਚ ਕੀਤੇ ਹੋਏ ਆ, ਤੁਹਾਨੂੰ ਆਉਣੇ ਚਾਹੀਦੇ ਆ, ਪਤਾ ਹੋਣੇ ਚਾਹੀਦੇ ਆ।
ਕਹਿੰਦੇ ਇੱਕ ਹੁਨਰਬੰਦ ਜਿਹੜਾ ਮੂਹਰਲੇ ਦਫ਼ਤਰ ਵਿੱਚ ਟੈਲੀਫੋਨ ਨਾਲ ਮਤਲਬ ਕਿ ਰਿਸੈਪਸ਼ਨਿਸਟ ਵੱਲੋਂ ਹੁੰਦਾ ਵਾ, ਤਾਇਨਾਤ ਹੁੰਦਾ ਵਾ। ਉਹਨੇ ਟੈਲੀਫੋਨ ਐਕਸਚੇਂਜ ਵਿੱਚ ਬਿਠਾਇਆ ਜਾਂਦਾ ਵਾ, ਮਤਲਬ GDA ਮੇਨ ਉਹਨਾਂ ਦਾ ਜਿਹੜਾ ਸਾਡਾ ਸਕਿਲਫੁਲ GDA ਵਾ ਉਹਨੇ ਅਪੋਇੰਟ ਕੀਤਾ ਹੁੰਦਾ ਵਾ। ਠੀਕ ਆ, ਉਹਨੇ ਜਿਹੜੀ ਰਿਸੈਪਸ਼ਨਿਸਟ ਹੈਗਾ ਵਾ, ਉਹਦਾ ਮੇਨ ਕੰਮ ਕੀ ਹੈਗਾ, ਉਹਨੇ ਮਰੀਜ਼ ਅਤੇ ਉਹਨਾਂ ਦੇ ਪਰਿਵਾਰ ਦਾ ਪਹਿਲਾ ਮੁੱਖ ਸੰਪਰਕ ਹੁੰਦਾ ਵਾ। ਉਹ ਫੋਨ ਕਰਨ ਵਾਲੇ ਵਿਅਕਤੀ ਨੂੰ ਅਤੇ ਮਦਦ ਕਰ ਸਕਣ ਵਾਲੇ ਵਿਅਕਤੀ ਦਰਮਿਆਨ ਅਹਿਮ ਕੜੀ ਹੁੰਦੀ ਆ। ਜਿਹੜਾ ਫੋਨ ਕਰਦਾ ਉਹ ਪਰੇਸ਼ਾਨ ਵੀ ਹੋ ਸਕਦਾ ਵਾ, ਘਬਰਾਇਆ ਵੀ ਹੋ ਸਕਦਾ ਵਾ, ਕਿਉਂਕਿ ਵੇਖੋ ਜਦੋਂ ਇੱਕ ਐਮਰਜੈਂਸੀ ਆਈ ਆ ਕਿਸੇ ਦੇ ਵੀ ਘਰ ਦੇ ਵਿੱਚ ਜਾਂ ਕਿਸੇ ਵੀ ਵਿਅਕਤੀ ਵਿੱਚ, ਅਤੇ ਉਹ ਨੈਚੁਰਲੀ ਹੈ ਕਿ ਉਹਨੂੰ ਸਟਰੈਸ ਹੋਏਗਾ, ਉਹ ਪਰੇਸ਼ਾਨ ਵੀ ਹੋਏਗਾ, ਅਤੇ ਆਪਣੇ ਦੋਸਤ ਜਾਂ ਰਿਸ਼ਤੇਦਾਰ ਦਾ ਪਤਾ ਲੈਣ ਲਈ ਬੇਸਬਰਾ ਵੀ ਹੋ ਸਕਦਾ। ਮੰਨ ਲਓ ਹੋ ਸਕਦਾ ਕੋਈ ਰਿਲੇਟਿਵ ਹੀ ਆ, ਉਹ ਆਪਣੇ ਕਿਸੇ ਮਤਲਬ ਕਲੋਜ਼ ਟੂ ਨੂੰ ਮਿਲਣ ਆਇਆ, ਉਹ ਜੋ ਹੋਸਪਿਟਲ 'ਚ ਦਾਖਲ ਆ, ਅਤੇ ਉਹਨੂੰ ਵੀ ਸਟਰੈਸ ਹੋਏਗੀ। ਠੀਕ ਆ, ਅਤੇ GDA ਨੇ ਹਸਪਤਾਲ ਵਿਚਲੀ ਜਿਹੜੀ ਸਿਹਤ ਸੇਵਾਵਾਂ ਦੀ ਟੀਮ ਆ, ਮੈਂਬਰ ਆ, ਸਮਾਜ ਦੀਆਂ ਹੰਗਾਮੀ ਕਾਲਾਂ ਦਾ ਉਹਨੇ ਨਿਪਟਾਰਾ ਕਰਨਾ ਹੁੰਦਾ। ਜੋ ਵੀ ਐਮਰਜੈਂਸੀ ਕੰਡੀਸ਼ਨਸ ਵਾਲੇ ਫੋਨ ਆਉਂਦੇ ਆ ਉਹ ਸਾਰਿਆਂ ਨੂੰ ਉਹਨੇ ਸੁਣਨਾ ਵਾ, ਅਤੇ ਉਹਨਾਂ ਨੂੰ ਜੋ ਵੀ ਸਰਵਿਸ ਬਣਦੀਆਂ ਵਾ ਉਹ ਪ੍ਰੋਵਾਈਡ ਕਰਨੀਆਂ ਵਾ। ਸੋ ਬੱਚਿਓ ਇਹ ਹੈਗਾ ਸੀ ਵੀ ਆਪਾਂ ਕਿਵੇਂ ਰਿਸਪੌਂਡ ਕਰਨਾ ਵਾ। ਨੈਕਸਟ ਹੈਗਾ ਵਾ ਕਿ ਜਦੋਂ ਰੋਲ ਆਫ GDA ਡਿਊਰਿੰਗ ਐਮਰਜੈਂਸੀ ਕਾਲ, ਜਦੋਂ ਕੋਈ ਐਮਰਜੈਂਸੀ ਕਾਲ ਆਉਂਦੀ ਹੈ ਅਤੇ GDA ਨੇ ਕੀ ਰੋਲ ਹੈਗੇ, ਉਹਨੇ ਕਿੱਦਾਂ ਉਹਨਾਂ ਨਾਲ ਡੀਲ ਕਰਨਾ ਹੈਗਾ ਵਾ। ਸਭ ਤੋਂ ਪਹਿਲਾਂ ਆਈਡੈਂਟੀਫਾਈ ਕਾਲ ਇਨਫੋਰਮੇਸ਼ਨ, ਮਤਲਬ ਕਿ ਜੋ ਵੀ ਫੋਨ ਆਉਂਦਾ ਵਾ ਉਹਦੇ ਤੋਂ ਉਹਦੀ ਮੁੱਢਲੀ ਜਾਣਕਾਰੀ ਇਕੱਠੀ ਕਰ ਲੈਣੀ ਆ। ਫੋਨ ਕਰਨ ਵਾਲੇ ਦਾ ਸਥਾਨ ਪੁੱਛ ਲੈਣਾ ਵਾ, ਟੈਲੀਫੋਨ ਨੰਬਰ ਪੁੱਛ ਲੈਣਾ ਵਾ, ਮਰੀਜ਼ ਨੂੰ ਕੀ ਹੋਇਆ ਵਾ ਜਾਂ ਕੋਈ ਹੋਰ ਕੀ ਵਿਸ਼ੇਸ਼ ਕੰਡੀਸ਼ਨ ਹੈਗੀ ਆ, ਉਹ ਸਾਰਾ ਉਹਨੇ ਰਿਕਾਰਡ ਕਰ ਲੈਣਾ ਵਾ। ਵੇਖੋ ਜੇ GDA ਇਹ ਵਾਲੀਆਂ ਸਾਰੀਆਂ ਗੱਲਾਂ ਨੋਟ ਕਰੇਗਾ ਤਾਂ ਫਿਰ ਹੀ ਉਹ ਮਤਲਬ ਕਿ ਉਹ ਕੰਡੀਸ਼ਨ ਨੂੰ ਸੋਲਵ ਆਊਟ ਕਰੇਗਾ ਨਾ, ਫਿਰ ਹੀ ਉਹ ਆਪਣੇ ਜਿਹੜੇ ਹਾਈ ਅਥੋਰਿਟੀ ਡਾਕਟਰਸ ਹੈਗੇ ਨੇ ਉਹਨਾਂ ਨੂੰ ਕੰਡੀਸ਼ਨ ਮਤਲਬ ਸਮਝਾ ਪਾਏਗਾ। ਜਾਂ ਮੰਨ ਲਓ ਜੇ ਕੋਈ ਐਮਰਜੈਂਸੀ ਗੱਡੀ ਹੀ ਭੇਜਣੀ ਹੈਗੀ ਆ, ਅਤੇ ਉਹ ਫਿਰ ਹੀ ਭੇਜੇਗਾ ਜੇ ਉਹਨੂੰ ਪ੍ਰੋਪਰ ਪਤਾ ਹੋਏਗਾ ਵੀ ਕਿਹੜੀ ਜਗ੍ਹਾ 'ਤੇ ਐਮਰਜੈਂਸੀ ਹੋਈ ਆ, ਜਾਂ ਕਿਹੜੀ ਪਿੰਡ ਹੋਈ ਆ, ਜਾਂ ਕਿਹੜੇ ਸਿਟੀ 'ਚ ਹੋਈ ਆ। ਸੋ ਨੈਕਸਟ ਬੇਟਾ ਹੈਗਾ ਪ੍ਰਾਇਓਰਟਾਈਜ਼ ਇਨਕਮਿੰਗ ਕਾਲਸ, ਜੋ ਵੀ ਮਤਲਬ ਕਿ ਉਹਨੇ ਛਾਂਟ ਕਰਨੀ ਆ ਕਾਲਸ ਦੀ, ਜਿੰਨੀਆਂ ਵੀ ਆਉਂਦੀਆਂ ਵਾ, ਜਿਹੜੀ ਮੇਨ ਗੰਭੀਰ ਹੋਏਗੀ, ਸੀਰੀਅਸ ਹੋਏਗੀ, ਉਹਨੇ ਪਹਿਲ ਦੇ ਆਧਾਰ 'ਤੇ ਜਿਹੜਾ ਵਾ ਡੀਲ ਕਰਨਾ ਵਾ, ਅਤੇ ਹਰ ਇੱਕ ਦੇ ਨਾਲ ਉਹਨੇ ਲੋੜ ਦੇ ਅਨੁਸਾਰ ਉਹਨਾਂ ਦੀ ਸਹਾਇਤਾ ਭੇਜਣੀ ਆ। ਠੀਕ ਆ, ਸਿਲੈਕਸ਼ਨ ਐਂਡ ਅਸਾਈਨਮੈਂਟ, ਉਹਨੇ ਸਹੀ ਚੋਣ ਕਰਨੀ ਆ। ਜੋ ਉਹਨੂੰ ਫੋਨ ਆਉਂਦਾ ਵਾ ਉਹਦੇ ਵਿੱਚੋਂ ਸਹੀ ਜਿਹੜੀ ਅਸਾਈਨਮੈਂਟ ਕਰਨੀ ਆ। ਇਸ ਵਿੱਚ ਸਭ ਤੋਂ ਨੇੜਲੇ ਅਤੇ ਸਹੀ ਥਾਂ 'ਤੇ ਐਂਬੂਲੈਂਸ ਭੇਜਣਾ ਅਤੇ ਜਾਣਕਾਰੀ ਮੁਹੱਈਆ ਕਰਵਾਉਣੀ ਜਿਹੜੀ ਆ ਜਾਂਦੇ ਆ। ਮਤਲਬ ਕਿ ਉਹਨੇ ਪ੍ਰਾਇਓਰਟੀ ਵਾਈਜ਼ ਜਿਹੜੀ ਆ ਸਹੀ ਸਿਲੈਕਸ਼ਨ ਕਰਕੇ ਉਹਨੇ ਐਂਬੂਲੈਂਸ ਭੇਜਣੀ ਆ। ਪ੍ਰੋਵਾਈਡ ਐਂਡ ਅਸਿਸਟ, ਹਸਪਤਾਲ ਦੇ ਬਣਾਏ ਨਿਯਮਾਂ ਅਨੁਸਾਰ ਹੀ ਉਹਨੇ ਫੋਨ ਕਰਨ ਵਾਲੇ ਨੂੰ ਡਾਕਟਰੀ ਸਹਾਇਤਾ ਪਹੁੰਚਾਉਣ ਤੋਂ ਪਹਿਲਾਂ ਮਦਦ ਲਈ ਲੋੜੀਂਦੀਆਂ ਹਦਾਇਤਾਂ ਦਿਓ। ਉਹਨਾਂ ਹਦਾਇਤਾਂ ਵਿੱਚ ਉਹਨੇ ਮਰੀਜ਼ ਨੂੰ ਸ਼ਾਂਤ ਅਤੇ ਮਤਲਬ ਰਿਲੈਕਸ, ਆਰਾਮਦਾਈ ਰੱਖਣ ਲਈ ਕਹਿਣਾ ਵਾ, ਜਾਂ ਜਿਹੜੀ ਲੋੜੀਂਦੀ ਡਾਕਟਰੀ ਸਹਾਇਤਾ ਵਾ, ਹੋਰ ਜਾਣਕਾਰੀ ਇਕੱਠੀ ਕਰਨਾ ਵਾ, ਉਹਨੇ ਸਾਰਾ ਕਰਨੇ ਹੈਗੇ ਆ। ਮਤਲਬ ਕਿ ਪੇਸ਼ੈਂਟ ਨੂੰ ਉਹਨੇ ਫੋਨ 'ਤੇ ਹੀ ਥੋੜ੍ਹਾ ਰਿਲੈਕਸ ਕਰਨਾ ਹੈਗਾ ਵਾ, ਥੋੜ੍ਹਾ ਪੇਸ਼ੈਂਟ ਦੇ ਜੋ ਰਿਲੇਟਿਵਸ ਨੇ ਮੰਨ ਲਓ ਫੋਨ ਕੀਤਾ ਵਾ, ਉਹਨਾਂ ਨੂੰ ਆਰਾਮਦਾਇਕ ਉਹਨੇ ਸਹੂਲਤਾਂ ਦੇਣੀਆਂ ਹੈਗੀਆਂ ਵਾ। ਬਹੁਤੀ ਵਾਰ ਕਹਿੰਦੇ ਇਹ ਹਦਾਇਤਾਂ ਹੋਰ ਵੀ ਗੁੰਝਲਦਾਰ ਬਣ ਜਾਂਦੀਆਂ ਵਾ ਜਦੋਂ ਅਸੀਂ ਕਿਸੇ ਅਣਜਾਣ ਵਿਅਕਤੀ ਨੂੰ, ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਹੀ ਦਿੰਦੀ ਵੀ ਕਿਸੇ ਪੇਸ਼ੈਂਟ GDA ਨੂੰ ਫੋਨ ਆਇਆ ਕਿ ਪੇਸ਼ੈਂਟ ਨੂੰ ਕੋਈ ਅਟੈਕ ਦੀ ਪ੍ਰੋਬਲਮ ਹੋ ਗਈ ਆ, ਜਾਂ ਉਹਦੀ ਕੋਈ ਪ੍ਰੋਬਲਮ ਆ ਸਾਹ ਦੀ, ਜਾਂ ਉਹਦਾ ਹਾਰਟ ਬੀਟ ਨਹੀਂ ਚੱਲਦੀ ਪਈ, ਅਤੇ GDA ਨੇ ਕਿਸੇ ਅਣਜਾਣ ਵਿਅਕਤੀ ਨੇ ਫੋਨ ਕੀਤਾ ਜਿਹਨੂੰ ਮੈਡੀਕਲ ਪ੍ਰੋਫੈਸ਼ਨ ਬਾਰੇ ਕੁਛ ਨਹੀਂ ਪਤਾ ਹੈਗਾ, ਅਤੇ GDA ਮੰਨ ਲਓ ਕਿ ਉਹਨੂੰ ਫੋਨ 'ਤੇ ਹੀ ਹਦਾਇਤ ਦੇ ਦਿੰਦਾ ਕਿ ਤੁਸੀਂ CPR ਕਰ ਲਓ। CPR ਤੁਹਾਨੂੰ ਪਤਾ ਹੀ ਹੈ, ਕਾਰਡੀਓ ਪਲਮਰੀ ਰੈਸਸਟੀਕੇਸ਼ਨ। ਠੀਕ ਆ, ਅਤੇ ਉਹ ਮੰਨ ਲਓ ਉਹਨੂੰ ਪੇਸ਼ੈਂਟ ਨੂੰ ਜਿਹਨੇ ਫੋਨ ਕੀਤਾ ਉਹਨੇ CPR ਬਾਰੇ ਦੱਸਿਆ ਵੀ ਤੁਸੀਂ ਇਹ CPR ਕਰੋ, ਅਤੇ ਉਹ ਸਾਦਾ ਅਗਲੇ ਬੰਦੇ ਨੂੰ ਉਹਦੇ ਬਾਰੇ ਕੁਛ ਵੀ ਨਾ ਪਤਾ ਹੋਏ, ਉਹਨੂੰ ਸਹੀ ਕਰਨ ਦੀ ਥਾਂ ਉਹ ਪੇਸ਼ੈਂਟ ਨੂੰ ਹੋਰ ਜ਼ਿਆਦਾ ਵਿਗਾੜ ਦੇਵੇ। ਇਵੇਂ ਦੇ ਜਿਹੜਾ ਵਾ ਇਹਨਾਂ ਗੱਲਾਂ ਨੂੰ ਅਵੋਇਡ ਕਰਨਾ ਵਾ GDA ਨੇ। ਪ੍ਰੋਵਾਈਡ ਇਨਫੋਰਮੇਸ਼ਨ, ਸਹਾਇਤਾ ਜਾਣ ਵਾਲੇ ਜੋ ਵੀ ਸਰੋਤ ਆ ਉਹਨਾਂ ਦੀ ਪੂਰੀ ਅਤੇ ਸਹੀ ਜਾਣਕਾਰੀ ਦਿਓ। ਇਸ ਲਈ ਕਿਸੇ ਗੱਲ ਨੂੰ ਸਪਸ਼ਟ ਕਰਨ ਲਈ ਫੋਨ ਕਰਨ ਵਾਲੇ ਨੂੰ ਦੁਬਾਰਾ ਫੋਨ ਵੀ ਕੀਤਾ ਜਾ ਸਕਦਾ। ਇਹ ਨਹੀਂ ਵੀ ਇੱਕ ਵਾਰ ਫੋਨ ਆਇਆ ਅਤੇ ਸੁਣ ਲਿਆ, ਮੰਨ ਲਓ ਕੁਛ ਰਹਿ ਗਿਆ, ਕੁਛ GDA ਵੱਲੋਂ ਮਿਸ ਹੋ ਗਈ ਕੋਈ ਗੱਲ ਕਹਿਣੀ, ਤਾਂ ਆਪਾਂ ਦੁਬਾਰਾ ਫੋਨ ਕਰਕੇ ਉਹਨੂੰ ਸਪਸ਼ਟ ਕਰਨਾ ਵਾ। ਇਸ ਵਿੱਚ ਮਰੀਜ਼ ਦੀ ਸਹੀ ਜਗ੍ਹਾ ਦਾ ਪਤਾ ਕਰਨਾ ਹੁੰਦਾ ਵਾ। ਐਂਬੂਲੈਂਸ ਨਾਲ ਡਾਕਟਰੀ ਖੇਤਰ ਦਾ ਕੋਈ ਵੀ ਵਿਅਕਤੀ ਭੇਜ ਕੇ ਉਹਦੇ ਦਵਾਈਆਂ ਦੇਣ ਲਈ ਵੀ ਉਹਨੂੰ ਕਿਹਾ ਜਾ ਸਕਦਾ ਵਾ। ਸੋ ਬੱਚੇ ਇਹ ਸੀ ਰੋਲ GDA ਦੇ, ਵੀ ਉਹਨੇ ਕਿਵੇਂ ਐਮਰਜੈਂਸੀ ਕਾਲਸ ਡਿਊਰਿੰਗ ਉਹਨੇ ਰੋਲ ਪਲੇ ਕਰਨੇ ਆ। ਨੈਕਸਟ ਸਾਡੇ ਕੋਲ ਹੈਗਾ ਵਾ 108 ਐਮਰਜੈਂਸੀ ਰਿਸਪੌਂਸ ਸਰਵਿਸ। ਜਿਹੜੀ 108 ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਾਡਾ
ਭਾਰਤ ਵਿੱਚ ਕੀਤੀ ਹੋਈ ਆ, ਗੌਰਮੈਂਟ ਨੇ ਲਾਂਚ ਕੀਤੀ ਹੋਈ ਆ ਵੀ ਤੁਸੀਂ ਕਿਸੇ ਵੀ ਟਾਈਮ 'ਤੇ 108 ਨੰਬਰ 'ਤੇ ਫ਼ੋਨ ਕਰੋਗੇ ਤਾਂ ਤੁਹਾਨੂੰ ਐਂਬੂਲੈਂਸ ਜਿਹੜੀ ਆ ਸੁਵਿਧਾ ਮਿਲੇਗੀ। ਠੀਕ ਆ, ਉੱਤੇ ਕਿਵੇਂ ਰਿਸਪੌਂਸ ਕਰਨਾ ਕਿ 108 ਸੰਕਟਕਾਲੀ ਜਿਹੜੀ ਸੁਵਿਧਾ ਹੈਗੀ ਆ, ਜਵਾਬੀ ਸੁਵਿਧਾ ਐਮਰਜੈਂਸੀ ਰਿਸਪੌਂਸ ਸਰਵਿਸ ERS, ਉਹ ਭਾਰਤ ਵਿੱਚ 2 ਨਿਸ਼ਾਨੇ ਵਾਲੀ ਹੈਗੀ ਆ। ਮਤਲਬ ਕਿ 2 ਉਹਦੇ ਜਿਹੜੇ ਹੈਗੇ ਆ ਡਿਮੈਂਸ਼ਨਸ ਹੈਗੇ ਆ, 2 ਉਹਦੇ ਮੇਨ ਕੰਮ ਹੈਗੇ ਆ। ਪਹਿਲਾ ਇੱਕ ਵੀ ਉਹਨੇ ਨਿਸ਼ਚਿਤ ਸਮੇਂ ਵਿੱਚ ਐਂਬੂਲੈਂਸ 'ਤੇ ਪਹੁੰਚਣਾ ਵਾ। ਦੂਜਾ ਹਸਪਤਾਲ ਜਾਂ ਸਿਹਤ ਸੰਸਥਾ ਦੇ ਰਸਤੇ ਦੌਰਾਨ ਮਰੀਜ਼ ਦਾ ਖਿਆਲ ਰੱਖਣਾ ਵਾ। ਠੀਕ ਆ, ਮਤਲਬ ਕਿ ਇੱਕ ਤਾਂ ਮੇਨ ਉਹਦਾ ਇਹ ਕੰਮ ਕਿ ਜਦੋਂ ਉਹਨੂੰ ਫੋਨ ਆਇਆ ਹੈਗਾ ਵਾ ਐਂਬੂਲੈਂਸ ਨੂੰ 108 ਵਾਲਿਆਂ ਨੂੰ, ਅਤੇ ਉਹਨਾਂ ਨੇ ਉਸੇ ਵੇਲੇ ਹੀ ਉਸ ਜਗ੍ਹਾ 'ਤੇ ਪਹੁੰਚਣਾ ਜਿੱਥੋਂ ਉਹਨਾਂ ਨੂੰ ਕਾਲ ਆਈ ਹੈਗੀ ਆ ਜਾਂ ਜਿੱਥੇ ਕੋਈ ਐਮਰਜੈਂਸੀ ਕੰਡੀਸ਼ਨ ਆ। ਅਤੇ ਦੂਜੀ ਗੱਲ ਇਹ ਕਿ ਜੋ ਮੰਨ ਲਓ ਹੋਸਪਿਟਲ ਤੋਂ ਲੈ ਕੇ ਜਿੱਥੇ ਕੰਡੀਸ਼ਨ ਹੋਈ ਆ, ਕੋਈ ਐਮਰਜੈਂਸੀ ਹੈਪਨਿੰਗ ਹੋਈ ਆ, ਉਹਦੇ ਵਿੱਚ ਮੰਨ ਲਓ ਕੋਈ 10-15 ਮਿੰਟ ਦਾ ਰਸਤਾ ਵਾ, ਕੋਈ ਅੱਧੇ ਘੰਟੇ ਦਾ ਰਸਤਾ ਵਾ, ਅਤੇ ਉਹਦੇ ਦੌਰਾਨ ਉਹ ਪੇਸ਼ੈਂਟ ਨੂੰ, ਉਸ ਵਿਅਕਤੀ ਨੂੰ ਉਹ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਉਹ ਦੇਣੀਆਂ ਵਾ। ਜੇ ਬੱਚੋ ਤੁਸੀਂ ਦੇਖਿਆ ਹੋਏ ਤਾਂ ਜਿਹੜੀ 108 ਐਂਬੂਲੈਂਸ ਹੁੰਦੀ ਆ, ਉਹਦੇ ਵਿੱਚ ਫਸਟ ਏਡ ਦਾ ਜਿੰਨਾ ਮਟੀਰੀਅਲ ਹੁੰਦਾ ਵਾ, ਫਸਟ ਏਡ ਦਾ ਜਿੰਨੀਆਂ ਆਪਣਾ ਸਮਾਨ ਹੁੰਦਾ ਉਹ ਸਾਰਾ ਹੁੰਦਾ ਵਾ ਐਂਬੂਲੈਂਸ ਵਿੱਚ। ਉਹਦੇ ਵਿੱਚ ਆਕਸੀਜਨ ਸਿਲੰਡਰ ਹੁੰਦਾ ਵਾ, ਫਸਟ ਏਡ ਦੀ ਕਿੱਟ ਹੁੰਦੀ ਆ, ਥਰਮਾਮੀਟਰ, BP ਚੈੱਕ ਕਰਨਾ, ਆਕਸੀਜਨ ਸਿਲੰਡਰ, ਇਹ ਸਾਰੀਆਂ ਫੈਸਿਲਿਟੀਜ਼ ਹੁੰਦੀਆਂ ਕਿ ਜਿੰਨਾ ਤੱਕ ਪੇਸ਼ੈਂਟ ਨੂੰ ਆਉਣ ਦਾ ਵੇ ਹੈਗੀ ਆ ਗੱਡੀ, ਅਤੇ ਉਹ ਵਾਲੀਆਂ ਸਾਰੀਆਂ ਸਹੂਲਤਾਂ ਪੇਸ਼ੈਂਟ ਨੂੰ, ਉਹ ਸਾਰੀਆਂ ਫਸਟ ਏਡ ਕਿ ਪੇਸ਼ੈਂਟ ਨੂੰ ਫਸਟ ਏਡ ਦਿੱਤੀ ਜਾਵੇ ਉਸ ਐਂਬੂਲੈਂਸ ਦੇ ਵਿੱਚ ਹੀ। ਠੀਕ ਆ, ਉਹਦੇ ਵਿੱਚ ਜਿਹੜੇ ਹੈਗੇ ਮੈਡੀਕਲ ਅਮਲਾ ਹੁੰਦਾ ਵਾ, 5 ਤਰ੍ਹਾਂ ਦੇ ਮਰੀਜ਼ ਦੇ ਸਟ੍ਰੈਚਰਸ ਹੁੰਦੇ ਆ, ਵੀਲਚੇਅਰ ਵੀ ਹੁੰਦੀ ਆ। ਠੀਕ ਆ, ਇਹ ਇੱਕ ਐਂਬੂਲੈਂਸ ਦਾ ਮੇਨ ਹਿੱਸਾ ਹੈਗੇ ਆ। ਅਤੇ ਸਿਹਤ ਸੰਸਥਾ ਪਹੁੰਚਣ ਤੋਂ ਪਹਿਲਾਂ ਜਿਹੜੇ ਸਫ਼ਰ ਤੋਂ ਵਿੱਚ ਮਤਲਬ ਕਿ ਪੇਸ਼ੈਂਟ ਨੂੰ ਪੂਰੀ ਮੈਡੀਕਲ ਜਿਹੜੀ ਆ ਫਸਟ ਏਡ ਜਿਹੜੀ ਆ ਦਿੱਤੀ ਜਾਵੇ। 108 ਜਿਹੜੀ ERS ਹੈਗੀ ਆ, ਉਹਦੇ ਫੋਨ ਆਉਣ ਤੋਂ ਮਰੀਜ਼ ਨੂੰ ਪਹੁੰਚਣ ਸਮੇਂ ਗਿਣਿਆ ਜਾਂਦਾ ਵਾ, ਉਸ 'ਤੇ ਲਿਖਿਆ ਵੀ ਜਾਂਦਾ ਅਤੇ ਨੋਟ ਵੀ ਕੀਤਾ ਜਾਂਦਾ ਅਤੇ ਇਸ ਦੀ ਤਸਦੀਕ ਵੀ ਹੁੰਦੀ ਆ। ਮਰੀਜ਼ ਕੋਲ ਪਹੁੰਚਣ ਤੋਂ ਸਿਹਤ ਸੰਸਥਾ ਤੱਕ ਲੈ ਕੇ ਆਉਣ ਦਾ ਸਮਾਂ ਵੀ ਉੱਤੇ ਮਿਣਿਆ ਜਾਂਦਾ ਵਾ, ਕਿੰਨੇ ਟਾਈਮ ਦੇ ਵਿੱਚ ਮਤਲਬ ਕਿ ਕਿਸ ਟਾਈਮ 'ਤੇ ਕੋਲ ਆਈ ਅਤੇ ਕਿੰਨੇ ਟਾਈਮ 'ਤੇ ਉਹ ਐਂਬੂਲੈਂਸ ਜਿਹੜੀ ਆ ਹੋਸਪਿਟਲ ਦੇ ਵਿੱਚ ਪਹੁੰਚੀ। ਅਤੇ ਉਹਦੀ ਸਾਰੀ ਜਿਹੜੀ ਮਤਲਬ ਕਿ ਸਿਸਟਮ ਹੈਗਾ ਵਾ ਕੰਟਰੋਲ ਰੂਮ ਵਿੱਚ ਮੋਨੀਟਰ ਕੀਤਾ ਜਾਂਦਾ ਵਾ। ਮਤਲਬ ਕਿ ਉਹ ਵੀ ਇਹ ਨਹੀਂ ਹੈ ਵੀ 108 ਨੂੰ ਤੁਸੀਂ ਬਾਏ ਮਜ਼ਾਕ ਹੀ, ਕਈ ਲੋਕ ਕੀ ਕਰਦੇ ਅੱਜ ਕੱਲ੍ਹ ਵੈਸੇ ਵੀ ਮਤਲਬ ਕਿ ਕਈ ਬੱਚੇ ਜਿਹੜੇ ਆ ਜਾਂ ਕਈ ਸਿਆਣੇ ਵਿਅਕਤੀ ਅਡਲਟ ਹੀ ਮਤਲਬ ਕਿ ਬਾਏ ਮਿਸਟੇਕ ਜਾਂ ਸ਼ਰਾਰਤ ਦੇ ਤੌਰ 'ਤੇ 108 ਨੂੰ ਕਾਲ ਕਰਦੇ ਨੇ। ਠੀਕ ਆ, ਇਵੇਂ ਦਾ ਕਈ ਵਾਰ ਬਹੁਤੀ ਵਾਰ ਹੋਇਆ ਕਿ ਮੈਂ ਫੇਕ ਹੀ ਕਰ ਦਿੰਦੇ ਆ ਕਾਲ, ਅਤੇ ਉਹਦਾ ਸਾਰਾ ਕੰਟਰੋਲ ਰੂਮ ਵਿੱਚ ਮੋਨੀਟਰ ਕੀਤਾ ਜਾਂਦਾ ਵਾ। ਕਹਿੰਦੇ 108 ਨੰਬਰ ਮਿਲਾਉਣ ਉਪਰੰਤ ਆਪਾਂ ਐਂਬੂਲੈਂਸ ਜਗ੍ਹਾ 'ਤੇ ਪਹੁੰਚ ਜਾਂਦੀ ਆ। 108 ਨੂੰ ਘਰ ਵਾਲੇ ਫੋਨ ਕਰਦੇ ਆ ਜਾਂ ਮੋਬਾਇਲ ਤੋਂ ਬਿਨਾਂ ਕਿਸੇ ਸ਼ਹਿਰ ਕੋਡ ਤੋਂ ਮਿਲਾਇਆ ਜਾ ਸਕਦਾ। ਜਿਵੇਂ ਤੁਹਾਨੂੰ ਮੈਂ ਪਹਿਲੇ ਦੱਸਿਆ ਵੀ ਕੋਈ ਕੋਡ ਨਹੀਂ ਲੱਗਦਾ, ਡਾਇਰੈਕਟ ਤੁਸੀਂ 108 'ਤੇ ਹੀ ਕਾਲ ਕਰੋਗੇ। ਅਤੇ ਐਂਬੂਲੈਂਸ ਵਿੱਚ ਤਾਂ ਪੈਰਾਮੈਡੀਕਲ ਅਮਲਾ ਵੀ ਹੁੰਦਾ ਵਾ, ਜੋ ਮਰੀਜ਼ ਨੂੰ ਚੰਗੀ ਤਰ੍ਹਾਂ ਸਾਂਭਦਾ ਵਾ ਅਤੇ ਲੋੜੀਂਦੀ ਡਾਕਟਰੀ ਸਹਾਇਤਾ ਦਿੰਦਾ ਵਾ। ਠੀਕ ਆ, ਉਹਦੇ ਵਿੱਚ ਦਵਾਈਆਂ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਕੁਛ ਦਵਾਈਆਂ ਵੀ ਹੁੰਦੀਆਂ ਵਾ, ਅਤੇ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਪੇਸ਼ੈਂਟ ਨੂੰ, ਅਤੇ ਰਸਤੇ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਆ। ਅਤੇ ਜਿਹੜੇ ਗੰਭੀਰ ਸੀਰੀਅਸ ਹਾਲਤ ਵਿੱਚ ਪਹੁੰਚਣ ਤੋਂ ਪਹਿਲਾਂ ਕੀਤੀ ਸੰਭਾਲ ਜਿਹੜੀ ਆ ਕਿਸੇ ਦੀ ਜਾਨ ਬਚਾ ਸਕਦੀ ਆ। ਮਤਲਬ ਕਿ ਜੇ ਮੰਨ ਲਓ ਇਕੱਲੀ ਉਹ ਕਾਰ ਟਾਈਪ ਹੀ ਹੋਵੇ, ਇਕੱਲੀ ਗੱਡੀ ਹੋਵੇ, ਪੇਸ਼ੈਂਟ ਨੂੰ ਮੰਨ ਲਓ ਹੋ ਸਕਦਾ ਅੱਧੇ ਘੰਟੇ ਦਾ ਰਸਤਾ ਹੋਵੇ, ਅਤੇ ਉਹ ਅੱਧੇ ਘੰਟੇ ਵਿੱਚ ਜਿਹੜੀ ਉਹਨੂੰ ਮੈਡੀਕਲ ਫੈਸਿਲਿਟੀ ਦਿੱਤੀ, ਜੋ ਫਸਟ ਏਡ ਦਿੱਤੀ, ਹੋ ਸਕਦਾ ਉਹਦੇ ਨਾਲ ਪੇਸ਼ੈਂਟ ਦੀ ਜਾਨ ਬਚ ਸਕਦੀ ਆ। ਇਸ ਕਰਕੇ ਕੋਈ ਵੀ ਐਮਰਜੈਂਸੀ ਹੋਵੇ ਤਾਂ ਤੁਸੀਂ 108 ਨੰਬਰ 'ਤੇ ਫੋਨ ਕਰਨਾ ਵਾ ਅਤੇ ਐਂਬੂਲੈਂਸ ਦੀ ਪਹੁੰਚਣ ਦੀ ਉਡੀਕ ਕਰਨੀ ਹੈਗੀ ਆ। ਸੋ ਨੈਕਸਟ ਬੱਚਿਓ, ਇਹਦੇ ਵਿੱਚ ਹੈਗਾ ਰਿਸਪੋਂਡਿੰਗ ਟੂ ਪੇਸ਼ੈਂਟ ਫੀਡਬੈਕ, ਵੀ ਆਪਾਂ ਪੇਸ਼ੈਂਟ ਦੀ ਫੀਡਬੈਕ ਦਾ ਜਵਾਬ ਵੀ ਦੇਣਾ ਹੈਗਾ ਵਾ, ਕਿਵੇਂ ਦੇਣਾ ਹੈਗਾ ਵਾ। ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਪੇਸ਼ੈਂਟ ਫੀਡਬੈਕ ਇਜ਼ ਕੰਪਲੀਟਲੀ ਸੈਪਰੇਟ ਫਰੋਮ ਦਾ ਆਫੀਸ਼ੀਅਲ ਕੰਪਲੇਂਟ ਪ੍ਰੋਸੈਸ। ਕਹਿੰਦੇ ਕਿਸੇ ਮਰੀਜ਼ ਵੱਲੋਂ ਜਿਹੜੀ ਦਿੱਤੀ ਗਈ ਜਾਣਕਾਰੀ ਆ, ਉਹ ਦਫ਼ਤਰੀ ਜੋ ਸ਼ਿਕਾਇਤਾਂ ਕੀਤੀਆਂ ਹੁੰਦੀਆਂ ਉਹ ਤੋਂ ਬਿਲਕੁਲ ਵੱਖਰੀ ਹੁੰਦੀ ਆ। ਜੇ ਕੋਈ ਮਰੀਜ਼ ਸ਼ਿਕਾਇਤ ਕਰਦਾ ਤਾਂ ਉਹਨੂੰ ਫੀਡਬੈਕ ਦੇਣ ਲਈ ਵੀ ਕਿਹਾ ਜਾਂਦਾ ਵਾ। ਰਿਸਪੌਂਡ ਟੂ ਆਲ ਕਮੈਂਟਸ ਗੁੱਡ ਔਰ ਬੈਡ ਐਜ਼ ਇਟ ਸ਼ੋ ਯੂ ਲਿਸਨ। ਜੋ ਵੀ ਪੇਸ਼ੈਂਟ ਤੁਹਾਨੂੰ ਮਤਲਬ ਕਿ ਵੇਖੋ ਤੁਸੀਂ ਆਪਾਂ ਕਿਸੇ ਵੀ ਹੋਸਪਿਟਲ 'ਚ ਜਾਈਏ ਤਾਂ ਉੱਥੇ ਇੱਕ ਬਾਕਸ ਲੱਗਾ ਹੁੰਦਾ ਵਾ, ਉਹਦੇ ਉੱਪਰ ਲਿਖਿਆ ਹੁੰਦਾ ਵਾ ਸਲਾਹ ਮਸ਼ਵਰਾ ਜਾਂ ਸੁਝਾਅ ਬਾਕਸ। ਠੀਕ ਆ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੁੰਦਾ ਵੀ ਉਹਦੇ ਵਿੱਚ ਉਹਨਾਂ ਦੀਆਂ ਹੋਸਪਿਟਲ ਦੀਆਂ ਇੰਸਟਰਕਸ਼ਨਸ ਹੁੰਦੀਆਂ ਵੀ ਜਦੋਂ ਤੁਸੀਂ ਜਾਂਦੇ ਹੋ, ਪਹਿਲੋਂ ਪੇਸ਼ੈਂਟ ਡਿਸਚਾਰਜ ਹੋਇਆ ਤਾਂ ਉਹ ਆਪਣੇ ਜਿਹੜਾ ਪਰਚੀ 'ਤੇ ਲਿਖ ਕੇ ਜਿਹੜੀ ਵੀ ਤੁਹਾਨੂੰ ਹੋਸਪਿਟਲ ਦੀ ਗੱਲ ਚੰਗੀ ਲੱਗੀ ਭਾਵੇਂ ਬੁਰੀ ਲੱਗੀ, ਜਾਂ ਤੁਸੀਂ ਉਹਨੂੰ ਸਲਾਹ ਦੇ ਤੌਰ 'ਤੇ ਕਹਿਣਾ ਚਾਹੁੰਦੇ ਜੀ ਵੀ ਇਹ ਕੰਮ ਇੱਦਾਂ ਨਹੀਂ ਇੱਦਾਂ ਹੋਣਾ ਚਾਹੀਦਾ, ਤਾਂ ਪਰਚੀ ਲਿਖ ਕੇ ਉਹਦੇ ਵਿੱਚ ਪਾ ਕੇ ਜਾਓ ਸੁਝਾਅ ਬਾਕਸ ਦੇ ਵਿੱਚ। ਇਸ ਕਰਕੇ ਕਿਹਾ ਵੀ ਜੋ ਵੀ ਪੇਸ਼ੈਂਟ ਕਮੈਂਟ ਦਿੰਦਾ ਵਾ ਭਾਵੇਂ ਉਹ ਚੰਗੇ ਆ ਬੁਰੇ, ਤਾਂ ਉਹਨੂੰ ਧਿਆਨ ਨਾਲ ਸੁਣੋ।
Welcome all opinions and try not to be defensive or aggressive if they are negative। ਜੋ ਵੀ ਵਿਚਾਰ ਆਏ ਪੇਸ਼ੈਂਟ ਦੇ, ਭਾਵੇਂ ਉਹ ਨਾ ਪੱਖੀ ਆ, ਭਾਵੇਂ ਉਹ ਮਤਲਬ ਕਿ ਤੁਹਾਨੂੰ ਲੱਗਦਾ ਹੈ ਠੀਕ ਹੈਗੇ ਆ, ਤੇ ਉਹਨਾਂ 'ਤੇ ਆਪਣੀ ਸਫਾਈ ਨਾ ਦੇਵੋ। ਡੂ ਨਾਟ ਯੂਜ਼ ਦ ਸੇਮ ਸਟਾਕ ਰਿਸਪੌਂਸ ਟੂ ਈਚ ਕਮੈਂਟ। ਹਰੇਕ ਟਿੱਪਣੀ ਦੀ ਇੱਕੋ ਜਿਹੇ ਸ਼ਬਦਾਂ ਦੀ ਵਰਤੋਂ ਕਰੋ। ਮਤਲਬ ਕਿ ਪੇਸ਼ੈਂਟ ਨੇ, ਮੰਨ ਲਓ ਤੁਹਾਨੂੰ 2-3 ਪੇਸ਼ੈਂਟਸ ਨੇ ਉਹ ਕੰਪਲੇਨ ਕੀਤੀ, ਤੇ ਉਹਨਾਂ ਨੂੰ ਸੇਮ ਹੀ ਆਨਸਰ ਦਿਓ। ਪ੍ਰੈਕਟਿਸ ਟੂ ਰਿਸਪੌਂਡ ਟੂ ਮੋਸਟ ਕਮੈਂਟਸ ਵਿਦਆਊਟ ਬਰੀਚਿੰਗ ਪੇਸ਼ੈਂਟ ਕੌਨਫੀਡੈਂਸ਼ਲੀ। ਮਰੀਜ਼ ਦੀ ਗੱਲ ਕੱਟੇ ਬਿਨਾਂ ਵਿਸ਼ਵਾਸ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰੋ। know who is asking why particularly applicable to the group of people। ਇਹ ਜਾਣੋ ਕਿ ਕੌਣ ਪੁੱਛ ਰਿਹਾ ਵਾ, ਤੇ ਇਹ ਲੋਕਾਂ ਦੇ ਸਮੂਹ 'ਤੇ ਕਿਉਂ ਲਾਗੂ ਹੋ ਸਕਦਾ ਵਾ। ਸਾਰੀਆਂ ਗੱਲਾਂ ਉਹਨਾਂ ਦੀਆਂ ਧਿਆਨ ਦੇ ਨਾਲ ਸੁਣੋ। ਲਿਸਨ ਕੇਅਰਫੁਲੀ, ਡੂ ਨਾਟ ਟਰਾਈ ਟੂ ਇੰਟਰਪਟ ਐਂਡ ਗਿਵ ਏ ਸਟ੍ਰੇਟ ਆਨਸਰ। ਪਹਿਲਾਂ ਉਹਨਾਂ ਦੀ ਧਿਆਨ ਨਾਲ ਸੁਣੋ, ਉਹਨਾਂ ਨੂੰ ਟੋਕਣ ਦੀ ਕੋਸ਼ਿਸ਼ ਨਾ ਕਰੋ, ਨਾ ਹੀ ਸਿੱਧਾ ਜਵਾਬ ਦਿਓ। ਇੰਸ਼ੋਰ ਫਸਟ ਹੂ ਇਜ਼ ਆਥੋਰਾਈਜ਼ਡ ਟੂ ਕਮਿਊਨੀਕੇਟ ਫॉर ਏ ਪਾਰਟੀਕੂਲਰ। ਇਹ ਪੱਕਾ ਬਣਾਓ ਕਿ ਤੁਸੀਂ ਗੱਲਬਾਤ ਜਿਹੜੇ ਨਿਸ਼ਚਿਤ ਕਰਨ ਲਈ ਕੰਮ ਕਰਨ ਨੂੰ ਕੌਣ ਨੂੰ ਤੁਸੀਂ ਮਤਲਬ ਕਿ ਕੌਣ ਯੋਗ ਹੈਗਾ ਵਾ, ਕਿੰਨੇ ਇਹ ਕੰਮ ਜਿਹੜਾ ਵਾ ਕਰਨਾ ਹੈਗਾ ਵਾ। ਡਿਵੈਲਪ ਯੂਅਰ ਓਨ ਕਮਿਊਨੀਕੇਸ਼ਨ ਸਕਿੱਲਸ। ਗੱਲਬਾਤ ਜਿਹੜੇ ਆਪਣੇ ਹੁਨਰ ਦਾ ਵਿਕਾਸ ਕਰੋ। ਡੂ ਨਾਟ ਆਨਸਰ ਕੁਐਰੀਜ਼ ਡੈਟ ਯੂ ਡੂ ਨਾਟ ਨੋ। ਜਿਹਦੀ ਗੱਲ ਦਾ ਤੁਹਾਨੂੰ ਪਤਾ ਨਾ ਹੋਏ ਉਹਦਾ ਪੇਸ਼ੈਂਟਸ ਨੂੰ ਜਵਾਬ ਨਾ ਦਿਓ, ਉਹਦਾ ਤੁਸੀਂ ਆਪਣੀ ਫੀਡਬੈਕਸ ਨਾ ਦਿਓ। ਸੋ ਬੱਚਿਓ, ਨੈਕਸਟ ਹੈਗਾ ਯੂਸਿੰਗ ਕੰਪਿਊਟਰ ਇਨ ਮੇਨਟੇਨਿੰਗ ਪਬਲਿਕ ਰਿਲੇਸ਼ਨ। ਵੀ ਆਪਾਂ ਕੰਪਿਊਟਰ ਨੂੰ ਕਿਵੇਂ ਯੂਜ਼ ਕਰਨਾ ਹੈਗਾ ਵਾ ਮੇਨਟੇਨ ਕਰਨ ਵਾਸਤੇ ਪਬਲਿਕ ਰਿਲੇਸ਼ਨਸ ਦੇ ਵਿੱਚ, ਜਾਂ ਕਿਵੇਂ ਮਤਲਬ ਕਿ ਹੌਸਪੀਟਲ ਦੇ ਵਿੱਚ ਕੰਪਿਊਟਰਸ ਦਾ ਕੀ ਕੰਮ ਹੈਗਾ ਵਾ। ਯੂਸ ਆਫ ਕੰਪਿਊਟਰ, ਸਭ ਤੋਂ ਪਹਿਲਾਂ ਆ ਜਾਂਦਾ ਯੂਸਿਸ ਆਫ ਕੰਪਿਊਟਰ। ਕਹਿੰਦੇ ਟੈਕਨੋਲੋਜੀ ਜਿਹੜੀ ਹੈਗੀ ਆ ਬੱਚੇ, ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਡਿਵੈਲਪ ਹੋ ਗਿਆ। ਪਹਿਲਾਂ ਕਿਤੇ ਕਿਤੇ ਕੰਪਿਊਟਰ ਦੀ ਵਰਤੋਂ ਹੁੰਦੀ ਸੀ, ਹੁਣ ਅੱਜ ਕੱਲ੍ਹ ਹਰ ਜਗ੍ਹਾ 'ਤੇ ਕੰਪਿਊਟਰ ਦੀ ਵਰਤੋਂ ਹੁੰਦੀ ਆ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਸਕੂਲ ਵਿੱਚ ਵੇਖੋ 6 to 12 ਬੱਚਿਆਂ ਨੂੰ ਕੰਪਿਊਟਰ ਦੀ ਕਲਾਸਿਸ ਲਾਈਆਂ ਜਾਂਦੀਆਂ ਵਾ। ਪਾਰਟੀਕੂਲਰ ਇੱਕ ਪੀਰੀਅਡ ਲੱਗਦਾ ਵਾ, ਕਾਹਦੇ ਵਾਸਤੇ? ਕਿ ਤੁਹਾਨੂੰ ਕੰਪਿਊਟਰ ਦਾ ਪਤਾ ਹੋਏ, ਤੁਹਾਨੂੰ ਨੌਲੇਜ ਹੋਵੇ, ਕਿਉਂਕਿ ਹਰ ਇੱਕ ਕੰਮ ਜਿਹੜਾ ਵਾ ਅੱਗੇ ਕੰਪਿਊਟਰ 'ਤੇ ਹੀ ਹੁੰਦਾ ਵਾ। ਕਹਿੰਦੇ ਟੈਕਨੋਲੋਜੀ ਨਾਲ ਵਪਾਰ ਅਤੇ ਸਮਾਜ ਦੇ ਕਈ ਪੱਖਾਂ ਵਿੱਚ ਨਵੀਂ ਕ੍ਰਾਂਤੀ ਆਈ ਆ। ਹਸਪਤਾਲ ਵੀ ਇੱਥੋਂ ਜਿਹੜੇ ਆ ਵਾਂਝੇ ਨਹੀਂ ਰਹੇ, ਕਿਉਂਕਿ ਟੈਕਨੋਲੋਜੀ ਕਰਕੇ ਪੇਸ਼ੈਂਟ ਕੇਅਰ ਵਿੱਚ ਵੀ ਬਹੁਤ ਸਾਰੀਆਂ ਚੇਂਜਸ ਆਈਆਂ ਹੋਈਆਂ ਵਾ। ਜਿਵੇਂ ਬੱਚੋ ਵੇਖੋ, ਤੁਸੀਂ ਪਹਿਲਾਂ ਵੇਖਿਆ ਹੋਏਗਾ ਤੇ ਆਪਣਾ ਜੇ ਬੁਖਾਰ ਚੈੱਕ ਕਰਨਾ ਹੁੰਦਾ ਸੀ ਤੇ ਉਹ ਮਰਕਰੀ ਵਾਲਾ ਥਰਮਾਮੀਟਰ ਸੀ, ਤਾਂ ਹੁਣ ਡਿਜੀਟਲ ਥਰਮਾਮੀਟਰ ਆ ਗਏ ਨੇ। BP ਆਪਰੇਟਰਸ ਦੇਖੋ, ਪਹਿਲਾਂ ਸਿੰਪਲ ਹੈਗਾ ਸੀ, ਉਹ ਘੜੀ ਟਾਈਪ ਜਿਹੜਾ ਤੁਸੀਂ ਦੇਖਿਆ ਹੋਏਗਾ ਕਫ ਬਣ ਕੇ, ਤਾਂ ਹੁਣ ਮਰਕਰੀ ਵਾਲੇ ਥਰਮਾਮੀਟਰ ਆਪਣੇ BP ਆਪਰੇਟਰਸ ਆ ਗਏ ਨੇ। ਸੋ ਪੇਸ਼ੈਂਟ ਕੇਅਰ ਨੂੰ ਲੈ ਕੇ ਵੀ ਬਹੁਤ ਸਾਰੀਆਂ ਟੈਕਨੋਲੋਜੀ ਨਾਲ ਰਿਲੇਟਡ ਬਹੁਤ ਸਾਰੀਆਂ ਚੇਂਜਸ ਆਈਆਂ ਵਾ। ਅਤੇ ਇਵੇਂ ਹਸਪਤਾਲ ਵਿੱਚ ਸਾਰੇ ਕੰਮ ਹੁਣ ਕੰਪਿਊਟਰ 'ਤੇ ਡਿਪੈਂਡੈਂਟ ਨੇ। ਅਤੇ ਇਹਨਾਂ ਕੰਮਾਂ ਵਿੱਚ ਜਿਹੜੀ ਮੈਡੀਕਲ ਜਾਣਕਾਰੀ ਹੈਗੀ ਆ ਸਹੀ ਅਤੇ ਵੱਧ ਤੋਂ ਵੱਧ ਸੰਭਾਲਣ ਦਾ ਕੰਮ ਜਿਹੜਾ ਹੈਗਾ, ਬਿੱਲ ਕੱਟਣੇ ਜਿਵੇਂ, ਠੀਕ ਆ, ਪੇਸ਼ੈਂਟਸ ਦਾ ਰਿਕਾਰਡ, ਜਿਵੇਂ ਤੁਹਾਨੂੰ ਮੈਂ ਸਟਾਰਟਿੰਗ 'ਤੇ ਦੱਸਿਆ ਵੀ ਰਿਸੈਪਸ਼ਨਿਸਟ ਜੋ ਵਾ ਉਹਨੂੰ ਕੰਪਿਊਟਰ ਦੀ ਨੌਲੇਜ ਹੋਣੀ ਚਾਹੀਦੀ ਹੈ ਕਿ ਉਹਨੂੰ ਸਾਰਾ ਰਿਕਾਰਡ ਜਿਹੜਾ ਉਹ ਕੰਪਿਊਟਰ 'ਤੇ ਪੇਸ਼ੈਂਟ ਦਾ ਰੱਖਣਾ ਹੈਗਾ ਵਾ। ਠੀਕ ਹੈ, ਇਵੇਂ ਹੋਸਪਿਟਲ 'ਚ ਵੀ ਕੰਪਿਊਟਰ ਦੀ ਜਿਹੜੀ ਆ ਅੱਜ ਕੱਲ੍ਹ ਬਹੁਤ ਜ਼ਿਆਦਾ ਵਰਤੋਂ ਹੁੰਦੀ ਆ। ਕੰਪਿਊਟਰਸ ਆਰ ਯੂਟੀਲਾਈਜ਼ ਇਨ ਸਕੈਨਿੰਗ ਐਂਡ ਇਮੇਜਿੰਗ ਪ੍ਰੋਸੀਜਰ ਐਜ਼ ਵੈਲ। ਹੁਣ ਵੇਖੋ ਬੱਚੇ ਜਿਹੜੇ ਪੇਸ਼ੈਂਟ ਦੇ ਕੰਪਿਊਟਰ ਹੋਰ ਕੱਲ੍ਹ ਹੀ ਯੂਜ਼ ਕਰਦੇ ਆਪਾਂ ਹੋਸਪਿਟਲ ਦੇ ਵਿੱਚ, ਜੋ ਪੇਸ਼ੈਂਟ ਦੇ CT ਸਕੈਨ ਤੁਸੀਂ ਜੇ ਦੇਖਿਆ ਹੋਏ ਤਾਂ ਉਹ ਵੀ ਡਾਕਟਰ ਸਾਈਡ ਬਾਏ ਸਾਈਡ ਕੰਪਿਊਟਰ 'ਤੇ ਹੀ ਰਿਪੋਰਟ ਵੇਖਦੇ ਨੇ, ਕੰਪਿਊਟਰ ਰਾਈਜ਼ ਹੀ ਰਿਪੋਰਟ ਕੱਢ ਕੇ ਦਿੰਦੇ ਨੇ। ਠੀਕ ਆ, ਇਟ ਇਜ਼ ਆਲਸੋ ਯੂਜ਼ਡ ਇਨ ਮੋਨੀਟਰਿੰਗ ਆਫ ਪੇਸ਼ੈਂਟ ਰਿਕਾਰਡ। ਪੇਸ਼ੈਂਟ ਦੇ ਰਿਕਾਰਡ ਰੱਖਣ ਵਾਸਤੇ, ਮਤਲਬ ਸਹੀ ਢੰਗ ਨਾਲ ਉਹਨਾਂ ਦੀ ਸੰਭਾਲ ਹੋਏ ਰਿਕਾਰਡਸ ਦੀ, ਆਪਾਂ ਕੰਪਿਊਟਰ ਯੂਜ਼ ਕਰਦੇ ਹਾਂ ਹੋਸਪਿਟਲ 'ਚ। ਇਟ ਇਜ਼ ਆਲਸੋ ਯੂਜ਼ਡ ਇਨ ਐਡਮਿਨਿਸਟ੍ਰੇਟਿਵ ਏਰੀਆ ਫॉर ਬੇਸਿਕ ਟਾਸਕ। ਮਤਲਬ ਜੋ ਐਡਮਿਨਿਸਟ੍ਰੇਸ਼ਨ ਪ੍ਰਬੰਧਕੀ ਏਰੀਆ ਹੁੰਦਾ ਉਹਦੇ ਵਿੱਚ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਆ। ਜਿੱਦਾਂ ਜੋ ਹੋਸਪਿਟਲ ਵਿੱਚ ਸਟਾਫ ਆਉਂਦਾ ਅਤੇ ਉਹਦੀ ਪੂਰੀ ਡਿਟੇਲ ਵੀ, ਇਹ ਨਹੀਂ ਕਿ ਪੇਸ਼ੈਂਟ ਦੀ, ਜੋ ਹੋਸਪਿਟਲ 'ਚ ਸਟਾਫ ਕੰਮ ਕਰਦਾ ਵਾ ਉਹਦੀ ਵੀ ਪੂਰੀ ਡਿਟੇਲ ਜਿਹੜੀ ਆ ਉਹਦੇ ਕੰਪਿਊਟਰ 'ਤੇ ਰੱਖੀ ਜਾਂਦੀ ਹੈ ਕਿ ਕਿਹੜਾ ਸਟਾਫ ਜਿਹੜਾ ਉਹ ਮਾਰਨਿੰਗ ਸ਼ਿਫਟ 'ਚ ਆ ਰਿਹਾ ਵਾ, ਕਿੰਨੇ ਤੋਂ ਕਿੰਨੇ ਡਿਊਟੀ ਕਰ ਰਿਹਾ, ਉਹਦੀ ਪੇ ਸਕੇਲ ਕੀ ਹੈਗਾ ਵਾ, ਉਹ ਸਾਰਾ ਉਹਨੇ ਮਤਲਬ ਕਿ ਟਾਈਮ ਟੇਬਲ ਜੋ ਹੈਗੀ ਆ, ਜੋ ਉਹਨਾਂ ਦਾ ਡਿਊਟੀ ਟਾਈਮਿੰਗ ਆਵਰਸ ਹੈਗੇ ਨੇ, ਉਹ ਵੀ ਕੰਪਿਊਟਰ 'ਤੇ ਹੀ ਮੇਨਟੇਨ ਕੀਤੇ ਜਾਂਦੇ ਨੇ। ਬਜਟਿੰਗ ਐਂਡ ਫਾਈਨੈਂਸ਼ੀਅਲ ਟਰੈਕਿੰਗ ਆਰ ਆਲਸੋ ਡਨ ਔਨ ਕੰਪਿਊਟਰ। ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਉਹਨਾਂ ਦੀਆਂ ਛੁੱਟੀਆਂ ਦਾ ਹਿਸਾਬ, ਉਹਨਾਂ ਦੀ ਪੇ ਦਾ ਰਿਕਾਰਡ ਸਾਰਾ ਕੰਪਿਊਟਰ 'ਤੇ ਹੁੰਦਾ ਵਾ। ਹੋਸਪਿਟਲ ਆਫਨ ਯੂਜ਼ ਕੰਪਿਊਟਰ ਪ੍ਰੋਗਰਾਮ ਟੂ ਟੀਚ ਪੇਸ਼ੈਂਟ ਅਬਾਊਟ ਡਿਸੀਜ਼। ਹੋਸਪਿਟਲ ਦੇ ਵਿੱਚ ਬੱਚਿਓ
ਪੇਸ਼ੈਂਟਸ ਨੂੰ ਮਰੀਜ਼ਾਂ ਨੂੰ ਕੰਪਿਊਟਰ ਦੇ ਲਈ ਬਹੁਤ ਵੱਡਾ ਜਿਹੜਾ ਵਡਮੁੱਲੇ ਧਿਆਨ ਹੈਗਾ। ਹਸਪਤਾਲ 'ਚ ਅਕਸਰ ਮਰੀਜ਼ਾਂ ਨੂੰ ਗੰਭੀਰ ਬਿਮਾਰੀਆਂ ਦੀ ਜਿਹੜੀ ਜਾਣਕਾਰੀ ਆ ਜਾਂ ਉਹਨਾਂ ਨੂੰ ਅਵੇਅਰਨੈਸ ਆ, ਉਹ ਕੰਪਿਊਟਰ ਦੇ ਪ੍ਰੋਗਰਾਮ ਰਾਹੀਂ ਕੀਤੀ ਜਾਂਦੀ ਆ। ਠੀਕ ਆ। ਹੌਸਪੀਟਲ ਆਫਨ ਯੂਜ਼ ਸਮਟਾਈਮ ਫਿਜ਼ੀਸ਼ੀਅਨ ਪ੍ਰਿਸਕ੍ਰਾਈਬ ਮੈਡੀਕੇਸ਼ਨ ਐਂਡ ਟਰੀਟਮੈਂਟ ਔਨ ਕੰਪਿਊਟਰ। ਤੁਹਾਨੂੰ ਮੈਂ ਜਿੱਦਾਂ ਪਹਿਲੇ ਦੱਸਿਆ ਕਿ ਅੱਜ ਕੱਲ੍ਹ ਡਾਕਟਰ ਸਾਰੇ ਹੀ ਕੰਪਿਊਟਰ ਯੂਜ਼ ਕਰਦੇ ਨੇ। ਉਹਨਾਂ ਨੇ ਆਪਣਾ ਮੈਡੀਸਿਨ ਜੋ ਪੇਸ਼ੈਂਟ ਨੂੰ ਦੇਣੀ ਆ, ਜੋ ਟਰੀਟਮੈਂਟ ਕਰਨਾ ਵਾ, ਉਹ ਵੀ ਕੰਪਿਊਟਰ 'ਤੇ ਹੀ ਯੂਜ਼ ਕਰਕੇ ਦਿੰਦੇ ਹੈਗੇ ਆ। ਇਹ UDI ਯੂਜ਼ ਕੰਪਿਊਟਰ ਫॉर ਡਾਕੂਮੈਂਟੇਸ਼ਨ ਵਿਦ ਐਨ ਇਲੈਕਟ੍ਰੋਨਿਕ ਹੈਲਥ ਰਿਕਾਰਡ। GDA ਨੇ ਕਿਵੇਂ ਕੰਪਿਊਟਰ ਦੀ ਕਰਨੀ ਹੈਗੀ ਆ ਵਰਤੋਂ, ਉਹਨੇ ਜੋ ਵੀ ਕੰਮ ਕੀਤੇ ਉਹਦੀ ਸਾਰੀ ਹਿਸਾਬ ਕਿਤਾਬ ਜਿਹੜਾ ਹੈਗਾ ਕੰਪਿਊਟਰ 'ਤੇ ਰੱਖਣਾ ਵਾ। ਦਵਾਈਆਂ ਦਾ ਇਲਾਜ ਸਾਰਾ ਕੁਛ। ਆਮ ਡਿਊਟੀ ਸਹਾਇਕ ਦੀਆਂ ਹਦਾਇਤਾਂ ਨੇ ਕਿ ਉਹਨੇ ਕਾਗਜ਼ 'ਤੇ ਲਿਖ ਲਵੇ ਅਤੇ ਜਾਂ ਕੰਪਿਊਟਰ ਦੀ ਮਦਦ ਨਾਲ ਛਾਪ ਲਿਆ। ਉਹਨੇ ਕੰਪਿਊਟਰ ਵੀ ਯੂਜ਼ ਕਰ ਸਕਦਾ ਵਾ ਅਤੇ ਰਿਟਰਨ ਵੀ ਰੱਖ ਸਕਦਾ ਵਾ। ਠੀਕ ਆ। GDA ਨੇ ਹੋਰ ਕੀ ਕਰਨਾ, ਦਵਾਈਆਂ 'ਤੇ ਜੋ ਸਪਲਾਈ ਮੰਗਾਉਣੀ ਆ ਉਹ ਵੀ ਕੰਪਿਊਟਰ ਦੀ ਵਰਤੋਂ ਕਰਨੀ ਆ। ਜੋ ਬਿਜਲਾਈ ਡਾਕਟਰੀ ਰਿਕਾਰਡ ਨੂੰ ਸੰਭਾਲਣ ਲਈ ਵੀ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਆ। ਠੀਕ ਆ। ਇਸ ਕਰਕੇ ਬੱਚੋ ਇਹ ਸੀ ਸਾਰੇ ਕੰਪਿਊਟਰ ਦੇ ਯੂਸਿਸ। ਮਤਲਬ ਕਿ ਹੌਸਪੀਟਲ 'ਚ ਤੁਸੀਂ ਦੇਖਿਆ ਕਿ ਸਾਰੇ ਲਗਭਗ ਸਾਰੇ ਕੰਮ ਹੀ ਕੰਪਿਊਟਰ 'ਤੇ ਹੁੰਦੇ ਨੇ। ਹੌਸਪੀਟਲ ਦੇ ਸਟਾਫ ਤੋਂ ਲੈ ਕੇ ਪੇਸ਼ੈਂਟ ਦੀ ਮੈਡੀਸਿਨ ਦੇ ਤੱਕ ਡਾਕਟਰਸ ਜਿਹੜੇ ਆ ਕੰਪਿਊਟਰ ਯੂਜ਼ ਕਰਦੇ ਨੇ। ਸੋ ਬੱਚੋ ਨੈਕਸਟ ਸਾਡੇ ਕੋਲ ਹੈਗਾ ਡੀਲਿੰਗ ਵਿਦ ਪੇਸ਼ੈਂਟ ਅਟੈਂਡੈਂਟ। ਜੋ ਸਾਡੇ ਨਾਲ ਪੇਸ਼ੈਂਟਸ ਆਉਂਦੇ ਨੇ, ਪੇਸ਼ੈਂਟਸ ਦੇ ਨਾਲ ਰਿਲੇਟਿਵਸ ਆਉਂਦੇ ਨੇ, ਉਹਨਾਂ ਦੇ ਨਾਲ ਸਟਾਫ ਨੇ ਕਿਵੇਂ ਡੀਲ ਕਰਨਾ ਵਾ, ਕਿਵੇਂ ਉਹਨਾਂ ਦੀ ਕਮਿਊਨੀਕੇਸ਼ਨ ਹੋਣੀ ਚਾਹੀਦੀ ਆ। ਸੋ ਨੈਕਸਟ ਬੱਚਿਓ, ਸਭ ਤੋਂ ਪਹਿਲਾਂ ਇਹਦੇ ਵਿੱਚ ਆ ਗਿਆ ਕਮਿਊਨੀਕੇਸ਼ਨ ਇਜ਼ ਐਨ ਇਫੈਕਟਿਵ ਮੈਨਰ ਟੂ ਰਿਸਪੌਂਡ ਟੂ ਪੇਸ਼ੈਂਟ ਅਟੈਂਡੈਂਟ। ਇਫੈਕਟਿਵ ਕਮਿਊਨੀਕੇਸ਼ਨ ਅਕਰ ਓਨਲੀ ਇਫ ਦੇਅਰ receiver understand the exact information or idea that the sender intend to transmit. It involves the proper use of equipments, providing information to the appropriate people. So patient and all families do better when they inform, engage in this communication process. ਸੋ ਬੱਚੇ ਸਭ ਤੋਂ ਪਹਿਲਾਂ ਮੇਨ ਗੱਲ ਕੀ ਹੈਗੀ ਆ ਕਿ ਗੱਲਬਾਤ ਕਰਨ ਦਾ ਜਿਹੜਾ ਢੰਗ ਆ ਉਹ ਪ੍ਰਭਾਵਸ਼ਾਲੀ ਢੰਗ ਨਾਲ ਵਰਤਣਾ ਹੋਣਾ ਚਾਹੀਦਾ। ਗੱਲਬਾਤ ਕਰਨ ਦਾ ਇੱਕ ਹੁਨਰ ਹੋਣਾ ਚਾਹੀਦਾ ਵਾ। ਠੀਕ ਆ। ਜਿਹੜੀ ਮਤਲਬ ਸੁਣਨ ਵਾਲੇ ਨੂੰ ਵੀ ਸਮਝ ਆ ਸਕੇ ਅਤੇ ਜਿਹਨੇ ਕਹੀ ਆ ਉਹਨੂੰ ਵੀ ਪਤਾ ਲੱਗੇ ਵੀ ਉਹਨੇ ਕੀ ਕਿਹਾ ਹੈਗਾ ਵਾ। ਠੀਕ ਆ। ਇੱਕ ਸੌਖਾ ਨਿਯਮ ਜਿਹੜਾ ਅਪਣਾਉਣਾ ਚਾਹੀਦਾ ਕਿ ਜੋ ਵੀ ਸੰਦੇਸ਼ ਦਿੱਤਾ ਵਾ, ਜੋ ਵੀ ਕਮਿਊਨੀਕੇਸ਼ਨ ਕੀਤੀ ਆ, ਪੂਰਾ ਅਤੇ ਸਪਸ਼ਟ ਹੋਣਾ ਚਾਹੀਦਾ ਅਤੇ ਸਮੇਂ ਸਿਰ ਪਹੁੰਚਣਾ ਚਾਹੀਦਾ ਵਾ। ਅਤੇ ਗੱਲਬਾਤ ਜਿਹੜੀ ਆ ਨਿਮਰਤਾ ਸਹਿਤ ਇੱਕ ਵੇਲੇ ਇੱਕ ਵਿਅਕਤੀ ਤੱਕ ਹੀ ਸੀਮਿਤ ਰੱਖੋ। ਕਹਿੰਦੇ ਜਦੋਂ ਕਮਿਊਨੀਕੇਸ਼ਨ ਉਦੋਂ ਸਾਡੀ ਖਰਾਬ ਹੁੰਦੀ ਆ ਜਾਂ ਗੱਲਬਾਤ ਦਾ ਹੁਨਰ ਦੀ ਘਾਟ ਉਦੋਂ ਹੁੰਦੀ ਆ ਜਦੋਂ ਸਾਡੇ ਵਿਚਾਰ ਸਪਸ਼ਟ ਹੀ ਨਹੀਂ ਹੁੰਦੇ। ਮਤਲਬ ਕਿ ਅਸੀਂ ਕਹਿਣਾ ਕੁਛ ਹੋਰ ਚਾਹੁੰਦੇ ਹਾਂ ਅਤੇ ਅਸੀਂ ਕਹਿੰਦੇ ਕੁਛ ਹੋਰ ਪਏ ਹਾਂ, ਜਾਂ ਅਸੀਂ ਸ਼ਬਦ ਜਿਹੜੇ ਆ ਉਹ ਸਹੀ ਨਹੀਂ ਯੂਜ਼ ਕਰਦੇ ਹੈਗੇ। ਕਈ ਵਾਰ ਅਸੀਂ ਧਿਆਨ ਨਾਲ ਹੀ ਸੁਣਦੇ ਹੈਗੇ, ਸਿਰਫ ਆਵਾਜ਼ ਹੀ ਸਾਡੇ ਤੱਕ ਪਹੁੰਚਦੀ ਆ। ਠੀਕ ਆ। ਬਟ ਅਸੀਂ ਉਹਨੂੰ ਆਪਣੇ ਅੰਡਰਸਟੂਡ ਨਹੀਂ ਕਰਦੇ ਵੀ ਉਹ ਕੀ ਬੋਲਿਆ ਹੈਗਾ ਵਾ। ਇਸ ਕਰਕੇ ਖਾਸ ਹੈ ਕਿ ਜਦੋਂ ਮਤਲਬ ਤੁਸੀਂ ਕਿਸੇ ਦੀ ਗੱਲ ਸੁਣਦੇ ਪਏ ਹੋ ਤਾਂ ਬਿਲਕੁਲ ਧਿਆਨ ਨਾਲ ਸੁਣੋ। ਮੰਨ ਲਓ ਕਿ ਕੋਈ ਮਹਿਮਾਨ ਤੁਹਾਡੇ ਕੋਲ ਆਉਂਦਾ ਵਾ ਅਤੇ ਜਦੋਂ ਤੁਸੀਂ ਫੋਨ 'ਤੇ ਕਿਸੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਉਸ ਵੇਲੇ ਫੋਨ ਉੱਤੇ ਗੱਲਬਾਤ ਕਰਨਾ ਰੋਕ ਕੇ ਤੁਹਾਨੂੰ ਮਿਲਣ ਆਏ ਸ਼ਖਸ 'ਤੇ ਧਿਆਨ ਦੇਣਾ ਚਾਹੀਦਾ। ਇਸੇ ਤਰ੍ਹਾਂ ਤੁਸੀਂ ਮਿਲਣ ਵਾਲੇ ਆਏ ਤੋਂ ਫੋਨ ਦੀ ਗੱਲ ਕਰਨ ਲਈ ਥੋੜ੍ਹਾ ਸਮਾਂ ਵੀ ਮੰਗ ਸਕਦੇ ਹੋ। ਸੋ ਕਿ ਮਤਲਬ ਕਿ ਮੇਨ ਤੁਹਾਡੇ ਕੋਲ ਕੀ ਕਮਿਊਨੀਕੇਸ਼ਨ ਹੋਣੀ ਚਾਹੀਦੀ ਆ। ਤੁਹਾਨੂੰ ਕਿਸੇ ਨੂੰ ਜੋ ਬੋਲਦਾ ਪਿਆ ਉਹਨੂੰ ਵੀ ਸਮਝੋ ਅਤੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਵੀ ਵਧੀਆ ਸ਼ਬਦ ਯੂਜ਼ ਕਰਕੇ ਨਿਮਰਤਾ ਸਹਿਤ ਅਗਲੇ ਨੂੰ ਸਮਝਾਓ। ਰਿਸਪੋਂਡਿੰਗ ਟੂ ਪੇਸ਼ੈਂਟ ਦੇ ਨਾਲ ਤੁਸੀਂ ਕਿੱਦਾਂ ਕਰਨਾ। ਸਟ੍ਰੈਸ ਇਜ਼ ਕਾਮਨ ਅਮੰਗ ਇਨ ਕੇਅਰ ਗਿਵਰ with significant risk of depression, anxiety, health problem because of stress patient and their attendant lose control. ਕਹਿੰਦੇ ਕਿ ਇਹ ਤਾਂ ਮੇਨ ਗੱਲ ਹੈਗੀ ਆ ਕਿ ਜਿਹੜੇ GDA ਹੈਗੇ ਆ ਉਹਨਾਂ ਵਿੱਚ ਸਟਰੈਸ ਆ ਜਾਂਦਾ ਵਾ। ਕਿਸੇ ਵੇਲੇ ਉਹਨਾਂ ਨੂੰ ਘਬਰਾਹਟ ਵੀ ਹੁੰਦੀ ਆ ਜਾਂ ਉਹਨਾਂ ਨੂੰ ਸਿਹਤ ਸਮੱਸਿਆਵਾਂ ਵੀ ਹੋ ਜਾਂਦੀਆਂ ਨੇ ਅਤੇ ਨਾ ਦੀ ਵਜ੍ਹਾ ਕਰਕੇ ਮਰੀਜ਼ ਤੋਂ ਉਹਨਾਂ ਨੂੰ ਸੰਭਾਲਣ ਵਾਲੇ ਵੀ ਗੁੱਸੇ ਦੇ ਵਿੱਚ ਆ ਜਾਂਦੇ ਨੇ। ਠੀਕ ਆ। ਅਤੇ ਜੇ GDA ਹੈਗਾ ਉਹਨੂੰ ਉਹ ਜਿਹੜਾ ਸਟਰੈਸਫੁਲ ਮਾਹੌਲ ਹੈਗਾ ਉਹਦੇ ਵਿੱਚ ਰਿਸ਼ਤੇਦਾਰਾਂ ਨਾਲ ਧਿਆਨ ਦੇ ਨਾਲ ਜਿਹੜੀ ਗੱਲ ਕਰਨੀ ਚਾਹੀਦੀ ਹੈਗੀ ਆ। ਕਿਵੇਂ ਉਹਨੇ ਮਤਲਬ ਕਿ ਜਿਵੇਂ ਦੇਖੋ ਜੋ ਇੱਕ ਪੇਸ਼ੈਂਟ ਜਿਹੜਾ ਹੈਗਾ ਵਾ ਮਤਲਬ ਕਿ ਕਿਸੇ ਘਰ ਦਾ ਵਿਅਕਤੀ ਬਿਮਾਰ ਆ ਅਤੇ ਠੀਕ ਆ, ਨੈਚੁਰਲੀ ਮਤਲਬ ਕਿ ਉਹ ਜਿਹੜੇ ਨਾਲ ਉਹਦੇ ਪੇਸ਼ੈਂਟ ਦੇ ਰਿਲੇਟਿਵਸ ਹੈਗੇ ਆ ਉਹਨਾਂ ਨੂੰ ਸਟਰੈਸ ਹੋਵੇਗਾ ਕਿ ਉਹਨਾਂ ਦਾ ਜਿਹੜਾ ਵਿਅਕਤੀ ਆ ਜਾਂ ਉਹ ਠੀਕ ਨਹੀਂ ਹੁੰਦਾ ਪਿਆ ਜਾਂ ਹੌਸਪੀਟਲ 'ਚ ਐਡਮਿਟ ਆ ਜਾਂ ਉਹਨਾਂ ਦੇ ਘਰ ਦੇ ਪ੍ਰੋਬਲਮਸ ਜਿਹੜੀਆਂ ਹੈਗੀਆਂ ਵਾ, ਘਰ ਦੇ ਕੰਮ ਹੈਗੇ ਉਹ ਡਿਸਟਰਬ ਹੋਏ ਪਏ ਆ ਕਿ ਉਹ ਹੌਸਪੀਟਲ 'ਚ ਰਹਿ ਰਹੇ ਨੇ। ਇਹਨਾਂ ਸਾਰੀਆਂ ਗੱਲਾਂ ਕਰਕੇ ਉਹਨਾਂ ਨੂੰ
ਕਿਤੇ ਨਾ ਕਿਤੇ ਸਟ੍ਰੈਸ ਜਿਹੜਾ ਵਾ ਹੋ ਜਾਂਦਾ ਵਾ। ਸੋ ਪੇਸ਼ੈਂਟ ਜਿਹੜੇ ਕੁਛ ਪੁਆਇੰਟਸ ਹੈਗੇ ਆ ਉਹਨਾਂ ਨੇ ਕਿੱਦਾਂ ਮਤਲਬ ਕਿ GDA ਨੇ ਰਿਸਪੌਂਡ ਕਰਨਾ ਵਾ ਪੇਸ਼ੈਂਟ ਨੂੰ। ਦਾ ਫਸਟ ਰੂਲ ਇਜ਼ ਅਵੋਇਡ ਦਾ ਬਿਹੇਵੀਅਰ ਪਰਸਨਲੀ। ਸਭ ਤੋਂ ਪਹਿਲਾਂ ਉਹਦਾ ਨਿਯਮ ਹੋਣਾ ਚਾਹੀਦਾ ਵਾ GDA ਦਾ ਕਿ ਉਹਨੇ ਵਿਅਕਤੀਗਤ ਤੌਰ ਤੋਂ ਲੈਣ ਤੋਂ ਬਚਣਾ ਚਾਹੀਦਾ ਵਾ। ਇਹ ਯਾਦ ਰੱਖੇ ਕਿ ਬਹੁਤੀ ਵਾਰ ਮਰੀਜ਼ ਜਿਹੜੇ ਰਿਸ਼ਤੇਦਾਰ ਆ ਜਾਣ ਬੁੱਝ ਕੇ ਨਹੀਂ ਸਗੋਂ ਡਰ ਕੇ ਇਵੇਂ ਬੋਲਦੇ ਆ ਕਿ ਉਹਨਾਂ ਦਾ ਇਰਾਦਾ ਇਵੇਂ ਦਾ ਬਿਲਕੁਲ ਨਹੀਂ ਹੁੰਦਾ ਹੈਗਾ ਵੀ ਉਹ ਕਿਸੇ ਨੂੰ ਜਾਂ ਮਤਲਬ ਕਿ ਗੁੱਸੇ 'ਚ ਬੋਲਣ ਜਾਂ ਕਿਸੇ ਨੂੰ ਹਰਟ ਕਰਨ। ਫੋਕਸ ਔਨ ਦਾ ਡਿਵੈਲਪਿੰਗ ਥੈਰੇਪੀਟਿਕ ਰਿਲੇਸ਼ਨਸ਼ਿਪ ਵਿਦ ਪੇਸ਼ੈਂਟ ਫੈਮਿਲੀ। ਮਤਲਬ ਕਿ ਮਰੀਜ਼ ਦੇ ਪਰਿਵਾਰ ਨਾਲ ਸਹੀ ਵਿਵਹਾਰ ਵਾਲਾ ਰਿਸ਼ਤਾ ਕਾਇਮ ਕਰਨਾ ਵਾ। ਇਹ ਨਹੀਂ ਕਿ ਵੀ ਜ਼ਿਆਦਾ ਕਲੋਜ਼ ਹੋ ਜਾਣਾ ਵਾ GDA ਨੇ ਪੇਸ਼ੈਂਟ ਦੇ ਨਾਲ ਜਾਂ ਉਹਨਾਂ ਨੂੰ ਇਗਨੋਰ ਕਰਨਾ ਵਾ। ਜੋ ਪ੍ਰੋਫੈਸ਼ਨਲੀ ਇੱਕ ਰਿਲੇਸ਼ਨਸ਼ਿਪ ਹੋਣੇ ਚਾਹੀਦੇ ਨੇ ਪੇਸ਼ੈਂਟ ਦੇ ਅਤੇ GDA ਦੇ, ਠੀਕ ਆ, ਉਹ ਹੋਣੇ ਚਾਹੀਦੇ ਆ। ਡੂ ਨਾਟ ਬੀ ਡਿਫੈਂਸਿਵ। ਇਹ ਨਾ ਮਤਲਬ ਕਿ ਉਹਨਾਂ ਨੂੰ ਕੀ ਕਰਨਾ ਵੀ ਇਗਨੋਰ ਨਹੀਂ ਕਰਨਾ ਹੈਗਾ, ਉਹਨਾਂ ਨੂੰ ਧਿਆਨ ਨਾਲ ਸੁਣਨਾ ਹੈਗਾ ਵਾ, ਨਿਮਰ ਰਹਿਣਾ ਵਾ। ਇਫ ਯੂ ਕਾਨ ਨਾਟ ਆਨਸਰ ਏ ਕੁਐਸਚਨ ਦੈਨ ਫਾਈਂਡ ਏ ਕਲੀਗ ਹੂ ਕੈਨ ਆਨਸਰ। ਜੇ ਤੁਸੀਂ ਮੰਨ ਲਓ ਕਿਸੇ ਰਿਸ਼ਤੇਦਾਰਾਂ ਦੀਆਂ ਗੱਲਾਂ ਨੂੰ ਨਹੀਂ ਆਨਸਰ ਕਰ ਸਕਦੇ ਤਾਂ ਆਪਣੇ ਇਹ ਬਚਾ ਲਈ ਕੁਝ ਨਾ ਕਹੋ, ਮਤਲਬ ਕਿ ਕੁਛ ਨਾ ਉਹਨਾਂ ਨੂੰ ਬੋਲੋ, ਕਿਉਂਕਿ ਇੱਕ ਤਾਂ ਪੇਸ਼ੈਂਟ ਦੇ ਰਿਲੇਟਿਵਸ ਵੈਸੇ ਹੀ ਗੁੱਸੇ ਦੇ ਵਿੱਚ ਨੇ ਪੇਸ਼ੈਂਟ ਦੀ ਕੰਡੀਸ਼ਨ ਨੂੰ ਲੈ ਕੇ। ਅਤੇ ਜੇ ਤੁਸੀਂ ਨਹੀਂ ਆਨਸਰ ਕਰ ਸਕਦੇ ਤਾਂ ਆਪਣੇ ਕਿਸੇ ਕਲੀਗ ਨੂੰ ਕਹੋ ਕਿ ਤੁਸੀਂ ਇਹਨਾਂ ਨੂੰ ਸੈਟਿਸਫਾਈ ਕਰ ਦਿਓ। ਆਲਵੇਜ਼ ਨੋ ਦਾ ਆਰਗੇਨਾਈਜੇਸ਼ਨ ਪ੍ਰੋਟੋਕੋਲ ਫॉर ਸੇਫ ਨਰਸਿੰਗ। ਮਤਲਬ ਕਿ ਹਰ ਇੱਕ ਹੌਸਪੀਟਲ ਦਾ ਆਪਣੇ ਹੀ ਪ੍ਰੋਟੋਕੋਲਸ, ਆਪਣੇ ਹੀ ਰੂਲਸ ਹੁੰਦੇ ਨੇ ਕਿਵੇਂ ਉਹਨਾਂ ਨੇ ਆਪਣਾ ਜਿਹੜਾ ਸਟਾਫ ਹੈਗਾ ਉਹਨਾਂ ਨੂੰ ਸੇਫ ਰੱਖਣਾ ਹੈਗਾ ਵਾ। ਬੀ ਅਲਰਟ ਫॉर ਕਿਊਜ਼ ਟੂ ਪੋਟੈਂਸ਼ੀਅਲ ਵਾਇਲੈਂਸ ਸੱਚ ਐਜ਼ ਗਲੈਰਿੰਗ। ਮਤਲਬ ਕਿ ਕਿਸੇ ਦੇ ਨਾਲ ਰੌਲਾ ਰੱਪਾ ਨਹੀਂ ਪਾਉਣਾ, ਨਾ ਉੱਚੀ ਬੋਲਣਾ ਵਾ, ਨਾ ਧੱਕਾ ਮੁੱਕੀ, ਇਵੇਂ ਦੇ ਵਾਇਲੈਂਸ ਵਾਲਾ ਬਿਹੇਵੀਅਰ ਬਿਲਕੁਲ ਨਹੀਂ ਕਰਨਾ। ਬਿਕਮ ਏ ਗੁੱਡ ਲਿਸਨਰ। ਦਾ ਫੋਲੋਇੰਗ ਆਰ ਸਮ ਸੁਜੈਸ਼ਨ ਫॉर ਬਿਕਮਿੰਗ ਏ better listener. Do not interrupt. Do not jump to conclusion. Concentrate on the content. Ask question. ਮਤਲਬ ਕਿ ਕੁਛ ਕੁਐਸ਼ਚਨਸ ਹੈਗੇ ਨੇ ਵੀ ਇੱਕ ਗੁੱਡ ਲਿਸਨਰ ਬਣਨ ਵਾਸਤੇ। ਪਹਿਲਾਂ ਜੋ ਤੁਹਾਨੂੰ ਕੋਈ ਗੱਲ ਕਰਦਾ ਪਿਆ ਉਹਨੂੰ ਧਿਆਨ ਦੇ ਨਾਲ ਸੁਣੋ, ਸਿੱਧਾ ਨਤੀਜੇ 'ਤੇ ਨਾ ਆ ਜਾਓ। ਸਿੱਧਾ ਮਤਲਬ ਕਿ ਮੰਨ ਲਓ ਕਿਸੇ ਨੇ ਕੋਈ ਗੱਲ ਕਹੀ ਅਤੇ ਤੁਸੀਂ ਜੰਪ ਮਾਰ ਕੇ ਕਿਹਾ ਵੀ ਨਹੀਂ ਇਹਦਾ ਹੱਲ ਆ ਜੇ, ਇਵੇਂ ਨਹੀਂ ਕਰਨਾ ਹੈਗਾ ਵਾ। ਕੰਸਨਟਰੇਟ ਕਰੋ ਜੋ ਵੀ ਮਟੀਰੀਅਲ ਹੈਗਾ, ਜੋ ਕਿਸੇ ਗੱਲਬਾਤ ਹੁੰਦੀ ਪਈ ਆ, ਜੇ ਤੁਹਾਨੂੰ ਨਹੀਂ ਕੋਈ ਕਲੀਅਰ ਹੈਗਾ ਤਾਂ ਆਪਣੇ ਸਵਾਲ ਪੁੱਛੋ, ਉਹਨੂੰ ਪੁੱਛ ਕੇ ਸਵਾਲ ਅਤੇ ਉਹਦਾ ਜਵਾਬ ਦਿਓ। ਸੋ ਬੱਚੇ ਇਹ ਸੀ ਪੁਆਇੰਟਸ GDA ਵਾਸਤੇ ਵੀ ਉਹਨੇ ਕਿਵੇਂ ਪੇਸ਼ੈਂਟ ਦੇ ਰਿਲੇਟਿਵਸ ਦੇ ਨਾਲ ਡੀਲ ਕਰਨਾ ਵਾ, ਕਿਵੇਂ ਉਹਨਾਂ ਨੂੰ ਅਟੈਂਡ ਕਰਨਾ ਵਾ। ਆਈ ਹੋਪ ਸੋ ਕਿ ਬੱਚਿਓ ਤੁਹਾਨੂੰ ਸਾਰਾ ਪਤਾ ਲੱਗ ਗਿਆ ਹੋਏ ਪੂਰਾ ਯੂਨਿਟ ਵੀ ਕੀ ਵੀ ਆਪਾਂ ਇਹਦੇ ਵਿੱਚੋਂ ਸਿੱਖਿਆ ਅਤੇ ਕੀ ਆਪਾਂ ਸਮਝਿਆ। ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਪੂਰਾ ਸਮਝ ਲੱਗੀ ਹੋਏਗੀ। ਆਪਾਂ ਸਟਾਰਟਿੰਗ ਤੋਂ ਪੜ੍ਹਿਆ ਰਿਸੈਪਸ਼ਨਿਸਟ ਤੋਂ ਵੀ ਕਿੱਥੇ ਪਲੇਸ ਹੋਣੀ ਚਾਹੀਦੀ ਆ, ਕਿਵੇਂ ਐਂਟਰਸ ਹੌਸਪੀਟਲ ਦੀ ਐਂਟਰਸ ਦੇ ਨਾਲ ਰੂਮ ਹੋਣਾ ਚਾਹੀਦਾ ਵਾ, GDA ਦੇ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਆ, ਜਦੋਂ ਸਾਨੂੰ ਐਮਰਜੈਂਸੀ ਕੰਡੀਸ਼ਨ ਆਉਂਦੀ ਆ ਤਾਂ ਆਪਾਂ ਕਿਹੜੇ ਨੰਬਰ 'ਤੇ ਕਾਲ ਕਰਨੀ ਆ, ਅਤੇ ਆਪਾਂ ਕਿਵੇਂ ਪੇਸ਼ੈਂਟ ਦੇ ਰਿਲੇਟਿਵਸ ਨਾਲ ਡੀਲ ਕਰਨਾ ਹੈਗਾ ਵਾ। ਆਈ ਹੋਪ ਸੋ ਕਿ ਤੁਹਾਨੂੰ ਸਾਰਿਆਂ ਨੂੰ ਮੇਰੀ ਇਹ PPT ਬਹੁਤ ਚੰਗੀ ਤਰ੍ਹਾਂ ਸਮਝ ਆਈ ਹੋਵੇ। ਧੰਨਵਾਦ।